ਕਿ ਖਾਲਸਾ ਏਡ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਦੁਨੀਆ ਭਰ ਦੇ ਵਿੱਚ ਇੱਕ ਇਹੋ ਜਿਹਾ ਨਾਮ, ਇੱਕ ਇਹੋ ਜਿਹੀ ਰੈਕਗਨੀਸ਼ਨ ਇਸ ਵੇਲੇ ਮਿਲ ਚੁੱਕੀ ਹੈ ਕਿ ਸ਼ਾਇਦ ਉਹਨੂੰ ਕੋਈ ਵੀ ਕੰਟਰੀ ਲੈਵਲ ਦੇ ਉੱਪਰ ਜਾਂ ਲੋਕਲ ਕਮਿਊਨਿਟੀ ਲੈਵਲ ਦੇ ਉੱਪਰ ਕੋਈ ਇਹੋ ਜਿਹਾ ਕਹਿ ਲਈਏ ਕਿ ਏਰੀਆ ਹੋਏਗਾ ਜਿੱਥੇ ਖਾਲਸਾ ਏਡ ਦੇ ਬਾਰੇ 'ਚ ਪਤਾ ਨਾ ਹੋਵੇ। ਅਤੇ ਖਾਸ ਤੌਰ ਦੇ ਉੱਤੇ ਰਵੀ ਸਿੰਘ ਹੋਰੀ ਜਿਹੜੇ ਖਾਲਸਾ ਏਡ ਦੇ ਸੰਚਾਲਕ ਨੇ, ਸੰਸਥਾਪਕ ਨੇ, ਉਹਨਾਂ ਦੇ ਬਾਰੇ 'ਚ ਇਸ ਵੇਲੇ ਕਾਫੀ ਵੱਡੀ ਚਰਚਾ ਛਿੜੀ ਹੋਈ ਹੈ। ਜਿੱਥੇ ਜਦੋਂ ਅਸੀਂ ਕਿਸਾਨੀ ਅੰਦੋਲਨ ਦਾ ਜ਼ਿਕਰ ਕਰ ਰਹੇ ਹਾਂ ਤਾਂ ਉੱਥੋਂ ਜਿਸ ਰੂਪ ਦੇ ਵਿੱਚ ਉੱਥੇ ਖਾਲਸਾ ਏਡ ਦੇ ਵੱਲੋਂ ਜਾਂ ਬਾਕੀ ਸੰਸਥਾਵਾਂ ਵੱਲੋਂ ਸਪੋਰਟ ਕੀਤੀ ਜਾ ਰਹੀ ਹੈ, ਇੱਕ ਵੱਖਰੀ ਤਰ੍ਹਾਂ ਦੀ ਟੈਗਿੰਗ ਲੱਗ ਰਹੀ ਹੈ ਉੱਥੇ। ਉਸ ਟੈਗਿੰਗ ਨੂੰ ਲੈ ਕੇ ਕਮਿਊਨਿਟੀ ਕੀ ਸੋਚਦੀ ਹੈ, ਭਾਈਚਾਰਾ ਕੀ ਸੋਚਦਾ ਹੈ, ਉਹਦੇ 'ਤੇ ਵੀ ਅਸੀਂ ਗੱਲ ਕਰਨੀ ਹੈ। ਅਤੇ ਨਾਲ ਸਾਡੇ ਜਿੱਥੇ ਪ੍ਰਾਊਡ ਸਪੋਂਸਰ ਵੀ ਹੈ ਕਮਿਊਨਿਟੀ ਚੁੱਗੇ ਐਕਟਿਵਿਸਟ ਦੇ ਤੌਰ 'ਤੇ, ਪੋਲੀਟੀਕਲੀ, ਸੋਸ਼ਲੀ ਔਰ ਬਿਜ਼ਨਸਮੈਨ ਦੇ ਤੌਰ 'ਤੇ ਵਿਚਰਦੇ ਨੇ ਬੋਬੀ ਸਿੱਧੂ ਹੋਰੀ, ਗੁਰਸ਼ਰਨ ਬੋਬੀ ਸਿੱਧੂ ਹੋਰੀ। ਉਹਨਾਂ ਨੇ ਵੀ ਅੱਜ ਇੱਕ ਬੜੀ ਇੰਪੋਰਟੈਂਟ ਗੱਲ ਰੇਜ਼ ਕੀਤੀ ਹੈ। ਪਹਿਲਾਂ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਪੁਆਇੰਟ ਜਿਹੜਾ ਟੱਚ ਕੀਤਾ ਜਾਂਦਾ ਰਿਹਾ ਹੋਣਾ, ਪਰ ਇਸ ਮੌਕੇ ਦੁਬਾਰਾ ਇਸ ਗੱਲ ਨੂੰ ਅੱਗੇ ਤੋਰਨਾ, ਇਸ ਗੱਲ ਨੂੰ ਕਰਨਾ ਅੱਜ ਦੇ ਕੌਂਟੈਕਸਟ ਦੇ ਵਿੱਚ ਜਦੋਂ ਗੱਲ ਕਰੀਏ ਤਾਂ ਕਿੰਨਾ ਕੁ ਇੰਪੋਰਟੈਂਟ ਹੈ, ਇਹਦੇ ਬਾਰੇ 'ਚ ਆਪਾਂ ਪਹਿਲਾਂ ਬੋਬੀ ਹੋਰਾਂ ਦੇ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ। ਫਿਰ ਇਹ ਕਿਹੜਾ ਪੁਆਇੰਟ ਸੀ, ਕਿਹੜਾ ਟੌਪਿਕ ਸੀ, ਕਿਹੜੀ ਗੱਲ ਛੇੜੀ ਇਹਨਾਂ ਨੇ, ਇੱਕ ਵਾਰੀ ਫਿਰ ਉਹ ਵੀ ਜ਼ਿਕਰ ਕਰਾਂਗੇ। ਬੋਬੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਰਜਿੰਦਰ ਗਿੱਲ ਸ਼ੋਅ 'ਚ। ਹਰਜਿੰਦਰ ਜੀ, ਬਹੁਤ ਬਹੁਤ ਸ਼ੁਕਰੀਆ, ਅਤੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਸਾਡੇ ਨਾਲ ਸਾਡੇ ਆਪਣੇ ਟੀਮ ਮੈਂਬਰ ਪ੍ਰਭਜੋਤ ਹੋਰੀ ਵੀ ਫੋਨ ਲਾਈਨ ਦੇ ਉੱਪਰ ਹੈ। ਪ੍ਰਭਜੋਤ ਜੀ, ਆਇਆਂ ਨੂੰ। ਥੈਂਕ ਯੂ ਸੋ ਮਚ ਤੁਹਾਨੂੰ ਤੇ ਸਾਰੀ ਲਿਸਨਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਹਰਸਿਮਰਨ ਹੋਰੀ ਵੀ ਸਾਡੇ ਨਾਲ ਨੇ ਸਟੂਡੀਓ 'ਚ। ਹਰਸਿਮਰਨ, ਤੁਹਾਡਾ ਵੀ ਇੱਕ ਵਾਰੀ ਫਿਰ ਬਹੁਤ ਬਹੁਤ ਸਵਾਗਤ ਕਰਦੇ ਹਾਂ। ਥੈਂਕ ਯੂ ਸੋ ਮਚ। ਸੋ ਅਸੀਂ ਸਾਡੀ ਇੱਕ ਪੈਨਲ ਡਿਸਕਸ਼ਨ ਦੇ ਰੂਪ ਦੇ ਵਿੱਚ ਬੋਬੀ ਜੀ ਆਪਣੀ ਇਹ ਗੱਲ ਔਰ ਆਉਣ ਵਾਲੇ ਦਿਨਾਂ 'ਚ ਕੋਸ਼ਿਸ਼ ਕਰਾਂਗੇ ਕਿ ਇਹਦਾ ਨੈਕਸਟ ਪੁਆਇੰਟ 'ਤੇ ਨੈਕਸਟ ਲੈਵਲ ਦੇ ਉੱਪਰ ਇਹਨੂੰ ਅਗਰ ਡਿਸਕਸ ਕਰਦੇ ਹਾਂ ਤਾਂ ਕੀ ਹੋਏਗਾ ਉਹਦੇ ਬਾਰੇ 'ਚ। ਪਰ ਅੱਜ ਬਿਫੋਰ ਕਿ ਮੈਂ ਪ੍ਰਭਜੋਤ ਹੋਰਾਂ ਨੂੰ ਜਾਂ ਫਿਰ ਤੁਹਾਨੂੰ ਔਨ ਏਅਰ ਕਰਾਂ ਜਾਂ ਗੱਲਬਾਤ ਨੂੰ ਅੱਗੇ ਤੋਰਾਂ, ਮੈਂ ਇੱਕ ਵਾਰ ਫਿਰ ਦੱਸ ਦੇਣਾ ਸਾਡੇ ਸਾਰੇ ਸਰੋਤੇ, ਸਾਰੇ ਲਿਸਨਰਸ, ਕਿ ਦੁਨੀਆ ਭਰ ਦੇ ਵਿੱਚ ਜਦੋਂ ਕਦੀ ਕਿਤੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਆਫਤ ਆਈ ਹੈ ਤਾਂ ਖਾਲਸਾ ਏਡ, ਕਿਉਂਕਿ ਬਹੁਤ ਲੰਬਾ ਐਕਸਪੀਰੀਅੰਸ, ਬਹੁਤ ਲੰਬੀ ਕਹਿ ਲਈ ਕਿ ਉਹਨਾਂ ਦੀ ਜਿਹੜੀ ਇਹ ਪ੍ਰੈਕਟਿਸ ਦੇ ਰੂਪ ਦੇ ਵਿੱਚ ਵਿਚਰਦੇ ਰਹੇ ਔਰ ਇੱਕ ਐਕਸਪਰਟ ਔਰ ਪ੍ਰੋਫੈਸ਼ਨਲ ਰੂਪ ਦੇ ਨਾਲ ਜਿਸ ਤਰੀਕੇ ਦੇ ਨਾਲ ਜਿਹੜੀਆਂ ਵੀ ਕੋਈ ਕਿਤੇ ਨਾ ਕਿਤੇ ਚਾਹੇ ਕੋਈ ਕੁਦਰਤੀ ਆਫਤਾਂ ਆਈਆਂ ਨੇ, ਚਾਹੇ ਉਹ ਕਿਤੇ ਲੜਾਈ ਦੇ ਵਾਰ ਦੇ ਗਰਾਊਂਡ ਲੈਵਲ ਦੇ ਉੱਪਰ ਗਰਾਊਂਡ ਜ਼ੀਰੋ ਤੋਂ ਜਿਹੜੀ ਉਹਨਾਂ ਨੇ ਹੈਲਪ ਕੀਤੀ ਹੈ, ਉਹਨੂੰ ਅਸੀਂ ਸਾਰੇ ਜਣੇ ਜਿੱਥੇ ਐਪਰੀਸ਼ੀਏਟ ਕਰਦੇ ਹਾਂ ਉੱਥੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਜਿਹੜੀ ਸੇਵਾ ਹੈ, ਇਹ ਜਿਹੜੀ ਉਹਨਾਂ ਦੇ ਵੱਲੋਂ ਕੀਤੇ ਜਾਂਦੇ ਐਫਰਟਸ ਨੇ, ਉਹ ਕਿਸੇ ਨਾ ਕਿਸੇ ਰੂਪ 'ਚ ਸ਼ਾਇਦ ਸਵਾਲ ਵੀ ਖੜ੍ਹੇ ਕਰਦੇ ਰਹੇ ਨੇ, ਚੰਗੇ ਪੱਖ ਤੋਂ ਵੀ ਔਰ ਕਿਸੇ ਨਾ ਕਿਸੇ ਰੂਪ 'ਚ ਕਈ ਵਾਰ ਲੋਕਾਂ ਨੂੰ ਡਾਊਟ ਵਾਲੇ ਪੱਖ ਤੋਂ ਵੀ। ਸੋ ਕਿਉਂਕਿ ਜਦੋਂ ਅਸੀਂ ਕੋਈ ਡਿਸਕਸ਼ਨ ਕਰਦੇ ਹਾਂ ਤਾਂ ਹਰ ਬੰਦਾ ਇਹ ਗੱਲ ਲੈ ਕੇ ਚੱਲਦਾ ਕਿ ਪਤਾ ਨਹੀਂ ਯਾਰ ਕੀ ਮੋਟਿਵ ਲੈ ਕੇ ਚੱਲ ਰਹੇ ਨੇ ਬੰਦੇ, ਇਹਨਾਂ ਦੀ ਇੱਛਾ ਕੀ ਹੈ, ਇਹ ਕੀ ਕਰਨਾ ਚਾਹੁੰਦੇ ਨੇ ਜੇ ਇਸ ਤਰ੍ਹਾਂ ਦੇ ਨਾਲ ਇੰਨੇ ਲੰਬੇ ਸਮੇਂ ਤੋਂ ਲੱਗੇ ਹੋਏ ਨੇ, ਕੀ ਮੋਟਿਵ ਕੀ ਹੈ ਇਹਦੇ ਪਿੱਛੇ। ਸੋ ਇਹ ਵੀ ਇੱਕ ਸਵਾਲ ਖੜ੍ਹਾ ਹੁੰਦਾ ਔਰ ਉਸ ਮੋਟਿਵ ਨੂੰ ਲੈ ਕੇ ਇਸ ਵੇਲੇ ਜੇ ਖਾਲਸਾ ਏਡ ਦੇ ਉੱਪਰ ਖਾਸ ਤੌਰ 'ਤੇ ਭਾਰਤੀ ਮੀਡੀਆ ਦੇ ਵਿੱਚ ਜੇ ਕੁਝ ਸਵਾਲ ਉੱਠਣ ਲੱਗੇ ਨੇ, ਉਹਨਾਂ ਨੂੰ ਜਿਸ ਤਰ੍ਹਾਂ ਦੀ ਰੰਗਤ ਦਿੱਤੀ ਜਾ ਰਹੀ ਹੈ, ਉਹ ਬਹੁਤ ਵੱਡਾ ਇੱਕ ਚਿੰਤਾ ਵਾਲਾ ਵਿਸ਼ਾ ਲੱਗਦਾ ਮੈਨੂੰ। ਸੋ ਉਸ ਵਿਸ਼ੇ ਨੂੰ ਅਸੀਂ ਅੱਗੇ ਤੋਰਨਾ ਹੈ। ਬੋਬੀ ਜੀ, ਪਹਿਲਾਂ ਤੁਹਾਡੇ ਕੋਲੋਂ ਓਪਨਿੰਗ ਰਿਮਾਰਕਸ ਲਵਾਂਗਾ। ਜਿਹੜੀ ਖਾਲਸਾ ਏਡ ਨਾਲ ਸੰਬੰਧਿਤ ਤੁਸੀਂ ਕਿੰਨੀ ਕੁ ਅੰਡਰਸਟੈਂਡਿੰਗ ਰੱਖਦੇ ਹੋ, ਕੀ ਸੋਚਦੇ ਹੋ ਜੋ ਇਸ ਵੇਲੇ ਖਾਲਸਾ ਏਡ ਦੀ ਹੁਣ ਤੱਕ ਦੀ ਭੂਮਿਕਾ ਹੈ? ਦੇਖੋ ਹਰਜਿੰਦਰ ਜੀ, ਮੈਂ ਬੀਤੇ ਵਰ੍ਹਿਆਂ 'ਚ ਕਾਫੀ ਖਾਲਸਾ ਏਡ ਨੂੰ ਵਾਚ ਕੀਤਾ ਕਲੋਜ਼ਲੀ, ਉਹਨਾਂ ਦੀ ਐਕਟੀਵਿਟੀਜ਼ ਨੂੰ, ਤੇ ਮੈਨੂੰ ਬੜਾ ਮਾਣ ਆ ਕਿ ਇਹੀ ਜੋ ਜਥੇਬੰਦੀ ਆ ਖਾਲਸਾ ਏਡ, ਜਿਹੜੀ ਕਿ ਸਾਡੇ ਭਾਈਚਾਰੇ 'ਚ ਉੱਠ ਕੇ ਇੱਕ ਬਹੁਤ ਵੱਡੀ ਜਥੇਬੰਦੀ ਬਣ ਗਈ, ਆਰਗੇਨਾਈਜੇਸ਼ਨ ਬਣ ਗਈ ਆ। ਇਹਨੂੰ ਲੀਡ ਕਰਦੇ ਨੇ ਰਵੀ ਸਿੰਘ ਹੁਣੀ, ਤੇ ਜੋ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਹੈ, ਜਿਵੇਂ ਇਹਨਾਂ ਨੇ ਸੇਵਾ ਕੀਤੀ ਹੈ, ਜੋ ਸਿੱਖ ਸਿਧਾਂਤ ਲਾ ਲਓ, ਸਰਬੱਤ ਦੇ ਭਲੇ ਦੀ, ਵੰਡ ਕੇ ਛਕਣ ਦੀ, ਸੇਵਾ ਦੀ, ਉਹ ਤਿੰਨੋਂ ਜਿਹੜੀ ਹੈਗੇ ਆ ਮੈਨੂੰ ਇਹਦੇ ਵਿੱਚ ਨਜ਼ਰ ਆਉਂਦੇ ਆ। ਤੇ ਵੱਡੀ ਗੱਲ ਹੈ ਜਿਹੜੀ ਇਕੁਆਲਿਟੀ ਦੀ ਗੱਲ ਹੈ, ਕਦੀ ਕੋਈ ਭੇਦਭਾਵ ਨਹੀਂ ਕੀਤਾ, ਕਦੀ ਇਹਨਾਂ ਨੇ ਇਹ ਨਹੀਂ ਦੇਖਿਆ ਕਿ ਜਿਓਗ੍ਰਾਫੀਕਲ ਬਾਉਂਡਰੀਜ਼ ਕਿੱਥੇ ਖਤਮ ਹੁੰਦੀਆਂ ਜਾਂ ਕਿੱਥੇ ਸ਼ੁਰੂ ਹੁੰਦੀਆਂ ਆ, ਭਾਸ਼ਾ ਕਿਹੜੇ ਇਲਾਕੇ 'ਚ ਬੋਲੀ ਜਾਂਦੀ ਆ, ਜਿਹੜੇ ਲੋਕਾਂ ਦੀ ਸੇਵਾ ਕਰ ਰਹੇ ਆ ਉਹਨਾਂ ਦਾ ਧਰਮ ਕੀ ਆ, ਪੋਲੀਟੀਕਲ ਸੋਚ ਕੀ ਆ। ਜਿਵੇਂ ਭਾਈ ਕਨਈਆ ਜੀ ਦੇ ਵਾਰਿਸ ਅਸਲੀ ਮਾਇਨਿਆਂ 'ਚ ਹੋਣ, ਚਾਹੇ ਉਹ ਸੀਰੀਆ ਦੇ ਵਿੱਚ ਈਸਾਈ ਹੋਣ, ਯਸੀਦੀਜ਼ ਹੋਣ, ਅਸੀਰੀਅਨਸ ਹੋਣ, ਸੁੰਨੀ ਮੁਸਲਮਾਨ ਹੋਣ, ਸ਼ੀਆ ਹੋਣ, ਕੁਰਡ ਹੋਣ, ਕਦੇ ਕੋਈ ਵਖਰੇਵਾਂ ਨਹੀਂ ਦੇਖਿਆ, ਸੇਵਾ ਕੀਤੀ। ਜਦੋਂ ਉੜੀਸਾ ਵਿੱਚ ਨਹੀਂ ਦੇਖਿਆ ਟਰਾਈਬਲ ਲੋਕ, ਇਹ ਈਸਾਈ ਆ ਜਾਂ ਹਿੰਦੂ ਆ ਜਾਂ ਮੁਸਲਮਾਨ ਆ, ਉਹਨਾਂ ਦੀ ਸੇਵਾ ਕੀਤੀ। ਕੇਰਲਾ ਦੇ ਵਿੱਚ, ਕੇਰਲਾ ਬਹੁਤ ਡਿਵਾਈਡਡ ਸੁਸਾਇਟੀ ਆ, ਕ੍ਰਿਸਚਨ ਨੇ, ਮੁਸਲਮਾਨ ਨੇ, ਹਿੰਦੂ ਨੇ, ਬ੍ਰਾਹਮਣ ਨੇ, ਕਦੀ ਕੋਈ ਭੇਦਭਾਵ ਨਹੀਂ ਰੱਖਿਆ, ਉੱਥੇ ਸੇਵਾ ਕੀਤੀ। ਜਦੋਂ ਉੱਥੇ ਹੜ੍ਹ ਆਏ, ਜਿੱਥੇ ਵੀ ਪੁਜਾਰ ਆਏ, ਉੱਥੇ ਜਾ ਕੇ ਸੇਵਾ ਕੀਤੀ। ਤੇ ਅੱਜ ਤੱਕ ਜੋ ਉਹਨਾਂ ਦਾ ਟਰੈਕ ਰੈਕਡ ਆ, ਚਾਹੇ ਉਹ ਭਾਰਤ ਦੇ ਵਿੱਚ ਕਿਸੇ ਕੋਨੇ 'ਚ, ਚਾਹੇ ਦੁਨੀਆ ਦੇ ਕਿਸੇ ਕੋਨੇ 'ਚ, ਦੁਨੀਆ ਦਾ ਮੈਂ ਇਸ ਲਈ ਕਹਿੰਦਾ ਆ ਕਿਉਂਕਿ ਮਿਡਲ ਈਸਟ ਦੇ ਵਿੱਚ ਆਪਣੀ ਜ਼ਿੰਦਗੀ ਦੌਰਾਨ ਸਭ ਤੋਂ ਵੱਡਾ ਕ੍ਰਾਈਸਿਸ ਆਇਆ ਆ, ਜਿਹੜੀ ਲੜਾਈ ਲੱਗੀ ਆ ਸੀਰੀਆ ਦੇ ਵਿੱਚ, ਜਦੋਂ ISIS ਦਾ ਬੋਲਬਾਲਾ ਸੀਗਾ।
ਉੱਥੇ ਜਾ ਕੇ ਵੀ ਇਹਨਾਂ ਨੇ ਸੇਵਾ ਕੀਤੀ। ਸੋ ਮੈਂ ਮੰਨਦਾ ਖਾਲਸਾ ਏਡ ਇੱਕ ਬਹੁਤ ਹੀ ਰੈਪਿਊਟੇਬਲ ਇੱਕ ਸਮਾਜ ਸੇਵਾ ਕਰ ਰਹੀ ਜਥੇਬੰਦੀ ਆ, ਤੇ ਸਾਨੂੰ ਇਹਦੀ ਵੱਧ ਤੋਂ ਵੱਧ ਸ਼ਲਾਘਾ ਕਰਨੀ ਚਾਹੀਦੀ ਆ। ਤੇ ਅੱਜ ਦੇ ਦਿਨਾਂ ਵਿੱਚ ਖਾਸ ਕਰਕੇ ਫਾਰਮਰਸ ਪ੍ਰੋਟੈਸਟ ਕਰਕੇ ਸਾਨੂੰ ਆਪਣੇ ਜੋ ਕਿ ਬਹੁਤ ਸਾਡੇ ਦਿਲ ਦੇ ਲਾਗੇ ਇੱਕ ਇਸ਼ੂ ਆ, ਜਦੋਂ ਸਾਡੇ ਬਜ਼ੁਰਗ ਉੱਥੇ ਬਾਰਡਰਸ ਤੇ ਬੈਠੇ ਨੇ, ਉੱਥੇ ਜਿਸ ਤਰ੍ਹਾਂ ਦੀ ਸੇਵਾ ਕਰ ਰਹੇ ਆ, ਤਾਂ ਅਸੀਂ ਆਪਣੇ ਵੱਲੋਂ ਵੀ ਇਹਨਾਂ ਦੇ ऋणी ਰਵਾਂਗੇ ਕਿ ਇਹਨਾਂ ਨੇ ਇਹਨਾਂ ਔਖੇ ਟਾਈਮਾਂ ਦੇ ਵਿੱਚ ਸਾਡੇ ਮਾਤਾਵਾਂ ਦਾ, ਬਜ਼ੁਰਗਾਂ ਦਾ, ਭੈਣਾਂ ਭਰਾਵਾਂ ਦਾ, ਬੱਚਿਆਂ ਦਾ ਜਿਸ ਤਰ੍ਹਾਂ ਖਿਆਲ ਰੱਖਿਆ ਹੈ ਜੀ। ਅੱਛਾ ਪ੍ਰਭਜੋਤ, ਤੁਹਾਡੇ ਕੋਲੋਂ ਵੀ ਥੋੜਾ, ਤੁਸੀਂ ਵੀ ਕਾਫੀ ਡਿਜ਼ਾਸਟਰ ਮੈਨੇਜਮੈਂਟ ਦੀ ਜਦੋਂ ਗੱਲ ਕਰਦੇ ਆ ਜਾਂ ਜਿੱਥੇ ਕਿਤੇ ਕੋਈ ਆਫਤਾਂ ਆਉਂਦੀਆਂ ਕੁਦਰਤੀ ਰੂਪ 'ਚ ਜਾਂ ਫਿਰ ਮੈਨ ਮੇਡ ਆਫਤਾਂ ਦੀ ਗੱਲ ਕਰੀਏ, ਤਾਂ ਉਸ ਵੇਲੇ ਜਦੋਂ ਲੋਕ ਇਸ ਤਰੀਕੇ ਦੇ ਨਾਲ ਵੋਲੰਟਰਲੀ ਹੈਲਪ ਕਰਨ ਦੇ ਲਈ ਪਹੁੰਚਦੇ ਆ, ਥੋੜਾ ਜਿਹਾ ਤੁਸੀਂ ਕੋਈ ਟੈਕਨੀਕੈਲਿਟੀਜ਼ ਦੱਸਣਾ ਚਾਹੋ ਕਿ ਵਰਲਡ ਲੈਵਲ ਦੇ ਉੱਪਰ ਸਰਕਾਰਾਂ ਦੀ ਜਾਂ UN ਦੀ ਜਾਂ ਫਿਰ ਹੋਰ ਜਿਹੜੀਆਂ ਅਲੱਗ-ਅਲੱਗ ਆਰਗੇਨਾਈਜੇਸ਼ਨਸ ਨੇ ਕੀ ਗਾਈਡਲਾਈਨਸ ਹੁੰਦੀਆਂ ਨੇ? ਸਭ ਤੋਂ ਪਹਿਲਾਂ ਅਗਰ ਕੋਈ ਵੀ ਡਿਜ਼ਾਸਟਰ ਆਉਂਦਾ ਹੈ ਤੇ ਹਰ ਇੱਕ ਕੰਟਰੀ ਦਾ ਇੱਕ ਨੈਚੁਰਲ ਡਿਜ਼ਾਸਟਰ ਮੈਨੇਜਮੈਂਟ ਪਲਾਨ ਹੁੰਦਾ ਹੈ, ਇੱਕ ਕਮੇਟੀ ਹੁੰਦੀ ਹੈ ਜੋ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਕੰਮ ਕਰਦੀ ਹੈ। ਔਰ ਕੋਈ ਵੀ ਆਰਗੇਨਾਈਜੇਸ਼ਨ ਜਿਸ ਤਰੀਕੇ ਦੇ ਏਡਸ ਪ੍ਰੋਵਾਈਡ ਕਰਦੀਆਂ ਨੇ ਉਹਨਾਂ ਨੂੰ ਟ੍ਰੇਨ ਹੋਣਾ ਪੈਂਦਾ ਹੈ, ਉਹਦੇ ਲਈ ਕਾਫੀ ਸਾਰੀ ਪੜ੍ਹਾਈ ਵੀ ਕਰਨੀ ਪੈਂਦੀ ਹੈ, ਸਰਟੀਫਿਕੇਸ਼ਨਸ ਵੀ ਹੁੰਦੀਆਂ ਨੇ, ਤੇ ਉਸ ਤੋਂ ਬਾਅਦ ਜਾ ਕੇ ਤੁਸੀਂ ਇਸ ਤਰੀਕੇ ਦਾ ਜਿਹੜਾ ਕੰਮ ਹੈ ਉਹ ਕਰ ਸਕਦੇ ਹੋ। ਔਰ ਜਿੱਥੇ ਗੱਲ ਆਉਂਦੀ ਹੈ ਨੈਚੁਰਲ ਡਿਜ਼ਾਸਟਰਸ ਦੀ ਜਾਂ ਨੈਚੁਰਲ ਜਿਸ ਤਰੀਕੇ ਦੀ ਵੀ ਕਲੈਮਿਟੀ ਚੱਲਦੀ ਹੈ ਜਾਂ ਮੈਨਮੇਡ ਹੋਏ, ਤੇ ਉਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਖਾਲਸਾ ਏਡ ਦਾ ਨਾਮ ਇਸ ਟਾਈਮ ਜਿੰਨਾ ਕਿ ਮੈਂ ਫੋਲੋ ਕਰ ਰਹੀ ਹਾਂ ਮੈਨੂੰ ਲੱਗਦਾ ਹੈ ਕਿ ਮੂਹਰੇ ਆ ਰਿਹਾ ਹੈ, ਅਲੋਂਗ ਵਿਦ ਹੋਰ ਕਾਫੀ ਸਾਰੀ ਆਰਗੇਨਾਈਜੇਸ਼ਨਸ ਨੇ। ਤੇ ਮੈਂ ਬੋਬੀ ਜੀ ਦੀ ਪੋਸਟ ਵੀ ਪੜ੍ਹੀ ਸੀ ਐਂਡ ਮੈਨੂੰ ਲੱਗਦਾ ਹੈ ਕਿ ਡੈਫੀਨੇਟਲੀ ਇਹ ਜਿਹੜਾ ਇੱਕ ਉਹਨਾਂ ਨੇ ਇਸ਼ੂ ਰੇਸ ਕੀਤਾ ਹੈ ਉਹ ਬਹੁਤ ਹੀ ਵਧੀਆ ਹੈ। ਅੱਛਾ, ਜਿਹੜਾ ਬਾਬੂ ਜੀ ਹੁਣ ਇਸ ਪੁਆਇੰਟ ਦੀ ਗੱਲ ਕਰਦੇ ਹਾਂ ਬਿਫੋਰ ਕਿ ਆਪਾਂ ਜਿਹੜੀ ਕੋਈ ਹੋਰ ਸ਼ੰਕਾ ਦੀ ਗੱਲ ਕਰਦੇ ਹਾਂ, ਡਾਊਟ ਦੀ ਗੱਲ ਕਰਦੇ ਉੱਧਰ ਨੂੰ ਵੀ ਚੱਲਾਂਗੇ, ਪਰ ਤੁਸੀਂ ਜਿਹੜਾ ਇੱਕ ਕਮੈਂਟ ਕੀਤਾ ਆਪਣਾ ਔਰ ਹੋਰ ਵੀ ਪਹਿਲਾਂ ਵੀ ਕਿਤੇ ਨਾ ਕਿਤੇ ਆਵਾਜ਼ ਉੱਠਦੀ ਰਹੀ ਹੈ, ਸੋ ਸੈਂਸ ਅੱਜ ਜਦੋਂ ਹੀ ਮੈਂ ਦੇਖਿਆ ਮੇਰੇ ਦਿਮਾਗ 'ਚ ਉਸੇ ਵੇਲੇ ਕਲਿੱਕ ਕੀਤਾ ਕਿ ਵੀ ਸ਼ੁੱਡ ਇਹਦੇ ਤੇ ਗੱਲ ਡੈਫੀਨਿਟਲੀ ਕਰਨੀ ਚਾਹੀਦੀ। ਅੱਜ ਦੱਸੋ ਪਹਿਲਾਂ ਤੋਂ ਕਿਹੜਾ ਪੁਆਇੰਟ ਤੁਸੀਂ ਰੇਜ਼ ਕੀਤਾ? ਹਰਜਿੰਦਰ ਜੀ ਦੇਖੋ, ਇਹ ਜਦੋਂ ਸ਼ੁਰੂਆਤ ਹੋਈ ਆ ਇਹ ਕਿਸੇ ਅਵਾਰਡਸ ਤੋਂ ਸ਼ੁਰੂ ਹੋਈ ਸੀ ਗੱਲ, ਉਹ ਤਾਂ ਖੈਰ ਆਪਾਂ ਅੱਜ ਗੱਲ ਨਹੀਂ ਕਰਨੀ, ਤੇ ਉੱਥੋਂ ਮੈਨੂੰ ਮੇਰੇ ਜ਼ਹਿਨ ਦੇ ਵਿੱਚ ਆਇਆ ਕਿ ਰਵੀ ਸਿੰਘ ਉਹਨਾਂ ਨੂੰ ਅੱਗੇ ਇੱਕ ਭਾਰਤ ਸਰਕਾਰ ਵੱਲੋਂ ਕੋਈ ਅਵਾਰਡ ਦੇਣ ਦੀ ਗੱਲ ਕੀਤੀ ਗਈ ਸੀ, ਜਿਹੜੇ ਉਹਨਾਂ ਨੇ ਨਾ ਕਰ ਦਿੱਤੀ ਸੀ 1984 ਦੇ ਜੈਨੋਸਾਈਡ ਦਾ ਰੀਜ਼ਨ ਦੇ ਕੇ ਜਿੱਥੋਂ ਜਸਟਿਸ ਦੇ ਲੋਕਾਂ ਨੂੰ ਮਿਲਿਆ ਉਹਨਾਂ ਕਰਕੇ। ਸੋ ਮੇਰੇ ਜ਼ਹਿਨ ਵਿੱਚ ਗੱਲ ਆਈ ਕਿ ਜਿਸ ਤਰ੍ਹਾਂ ਦੀ ਉਹ ਸੇਵਾ ਕਰ ਰਹੇ ਨੇ ਜੇ ਇੰਟਰਨੈਸ਼ਨਲ ਲੈਵਲ ਤੇ, ਜਿਹੜਾ ਸਹੀ ਤਰ੍ਹਾਂ ਦਾ ਜਿਹੜਾ ਅਵਾਰਡ ਹੈਗਾ ਆ, ਅਗਰ ਦੁਨੀਆ ਲੈਵਲ ਤੇ ਦੇਖਿਆ ਜਾਵੇ ਸਭ ਤੋਂ ਵੱਡਾ ਅਵਾਰਡ ਮਾਨਵਤਾ ਦੀ ਜੋ ਸੇਵਾ ਕਰਦਾ ਆ ਜਾਂ ਦੁਨੀਆ 'ਚ ਸ਼ਾਂਤੀ ਦਾ ਸੰਦੇਸ਼ ਫੈਲਾਉਂਦਾ ਆ, ਬਰਾਬਰਤਾ ਦੀ ਗੱਲ ਕਰਦਾ ਆ, ਉਹ ਨੋਬਲ ਪੀਸ ਪ੍ਰਾਈਜ਼ ਹੈਗਾ ਆ। ਤਾਂ ਮੇਰੇ ਜ਼ਹਿਨ ਵਿੱਚ ਆਇਆ ਕਿ ਰਵੀ ਸਿੰਘ ਹੁਣਾਂ ਵਰਗੀ ਸ਼ਖਸੀਅਤ ਜਿਹੜੀ ਹੈਗੀ ਆ ਅਸਲੀ ਨੋਬਲ ਪੀਸ ਪ੍ਰਾਈਜ਼ ਨੂੰ ਡਿਜ਼ਰਵ ਕਰਦੇ ਨੇ, ਕਿਉਂਕਿ ਉਹਨਾਂ ਦੀ ਜੋ ਕਾਰਜਸ਼ੈਲੀ ਆ, ਜੋ ਉਹਨਾਂ ਨੇ ਲੋਕਾਂ ਦੀ ਸੇਵਾ ਕੀਤੀ ਆ, ਜਿਵੇਂ ਮੈਂ ਗੱਲ ਕੀਤੀ ਆ ਭੇਦਭਾਵ ਤੋਂ ਉੱਠ ਕੇ, ਰਾਜਨੀਤੀ ਤੋਂ ਉੱਠ ਕੇ, ਜਿਓਗ੍ਰਾਫੀਕਲ ਬਾਉਂਡਰੀਜ਼ ਤੋਂ ਉੱਪਰ ਉੱਠ ਕੇ, ਸੋ ਭਾਸ਼ਾਵਾਂ ਤੋਂ ਉੱਠ ਕੇ, ਧਰਮਾਂ ਤੋਂ ਉੱਠ ਕੇ, ਸੋ ਉਹ ਸਭ ਤੋਂ ਵੱਧ ਸ਼ਾਇਦ ਇਸ ਵੇਲੇ ਅੱਜ ਦੀ ਤਾਰੀਖ ਦੇ ਵਿੱਚ ਜਦੋਂ ਦੁਨੀਆ ਬਟਵਾਰੇ ਹੋ ਰਹੇ ਨੇ, ਵੰਡੀਆਂ ਪੈ ਰਹੀਆਂ ਨਸਲ ਦੇ ਆਧਾਰ ਤੇ, ਭਾਸ਼ਾਵਾਂ ਦੇ ਆਧਾਰ ਤੇ, ਹੋਰ ਆਪਾਂ ਦੇਖ ਰਹੇ ਹਾਂ ਤੇ ਧਰਮ ਦੇ ਆਧਾਰ ਤੇ, ਉੱਥੇ ਰਵੀ ਸਿੰਘ ਉਹਨਾਂ ਨੇ ਇੱਕ ਵਿਲੱਖਣਤਾ ਦਿਖਾਈ ਹੈ, ਡਿਫਰੈਂਸ ਦਿਖਾਇਆ ਆ ਆਪਣੀ ਅਪਰੋਚ ਦੇ ਵਿੱਚ। ਸੋ ਸਾਨੂੰ ਕਹਿੰਦੇ ਹੁੰਦੇ, ਅਗਰ ਮੈਂ ਮੰਨਦਾ ਆ ਅਗਰ ਕੋਈ ਨੋਬਲ ਪੀਸ ਪ੍ਰਾਈਜ਼ ਦਾ ਇਸ ਵੇਲੇ ਕੋਈ ਸਹੀ ਮਾਨਿਆਂ ਦੇ ਵਿੱਚ ਇੱਕ ਚੰਗਾ ਕੈਂਡੀਡੇਟ ਹੈਗਾ ਆ, ਉਹ ਰਵੀ ਸਿੰਘ ਹੁਣੀ ਹੈਗੇ ਆ। ਸੋ ਮੈਂ ਇਸ ਲਈ ਆਪਣੀ ਭਾਵਨਾ ਸੋਸ਼ਲ ਮੀਡੀਆ ਰਾਹੀਂ ਸ਼ੇਅਰ ਕੀਤੀ, ਤਾਂ ਫਿਰ ਮੈਂ ਦੇਖਿਆ ਕਿ ਇਹਦਾ ਅਗਲਾ ਤਰੀਕਾ ਕੀ ਆ, ਉਹ ਇਹ ਹੈਗਾ ਆ ਕਿ ਕਿਵੇਂ ਕੀਤਾ ਜਾ ਸਕਦਾ ਹੈ। ਉਹ ਹੈਗਾ ਕਿ ਜਿਹੜੇ ਸਾਡੇ ਇਹ ਇਲੈਕਟਡ ਰੈਪਰੈਜ਼ੈਂਟੇਟਿਵ ਨੇ ਦੁਨੀਆ ਦੇ ਵਿੱਚ, ਕਿਸੇ ਵੀ ਨੈਸ਼ਨਲ ਅਸੈਂਬਲੀ ਦੇ ਜਾਂ ਸਟੇਟ ਗਵਰਨਮੈਂਟ ਦੇ, ਉਹ ਲੋਕ ਬਕਾਇਦਾ ਬਤੌਰ ਉਸ ਕਿਸੇ ਸ਼ਖਸ ਨੂੰ ਨੋਮੀਨੇਟ ਕਰਨ ਸਕਦੇ ਆ, ਉਹਦੀ ਲਿਸਟ ਚੱਲੀ ਜਾਂਦੀ ਹੈ ਫਰਵਰੀ ਤੋਂ ਪਹਿਲਾਂ ਹਰ ਸਾਲ। ਸੋ ਮੈਂ ਇਸ ਲਈ ਇਹ ਕੀਤਾ ਕਿ ਜਿਹੜੇ ਸਾਡੇ ਇੱਥੇ ਇੰਨੀ ਇਲੈਕਟਡ ਰੈਪਰੈਜ਼ੈਂਟੇਟਿਵ ਆ, ਮੈਂ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਤੁਸੀਂ ਇਸ ਵਾਰ ਰਵੀ ਸਿੰਘ ਹੁਣਾਂ ਦਾ ਨਾਮ ਨੋਬਲ ਪੀਸ ਪ੍ਰਾਈਜ਼ ਲਈ ਨੋਮੀਨੇਟ ਕਰੋ, ਕਿਉਂਕਿ ਉਹ ਉਹਨਾਂ ਦੀ ਨੋਮੀਨੇਸ਼ਨ ਉਹ ਵੈਲਿਡ ਹੋਏਗੀ ਤੇ ਉਹ ਉਹਨਾਂ ਨੂੰ ਅਖਤਿਆਰ ਹੈਗਾ ਆ ਕਿਸੇ ਨੂੰ ਨੋਮੀਨੇਟ ਕਰਨਾ। ਤਾਂ ਤੱਕ ਕਮੇਟੀ ਨੇ ਡਿਸਾਈਡ ਕਰਨਾ ਆ ਕਿਹਨੂੰ ਉਹਨੇ ਮਨਜ਼ੂਰ ਕਰਨਾ ਕਿ ਨਹੀਂ ਕਰਨਾ, ਪਰ ਜਿਹੜੀ ਪਹਿਲ ਕਦਮੀ ਆ ਉਹ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ। ਸੋ ਦੋਸਤੋ, ਸਮਾਂ ਇਸ ਵੇਲੇ 3 ਵੱਜ ਚੁੱਕੇ ਨੇ। ਹਰਜਿੰਦਰ ਗਿੱਲ ਸ਼ੋ 1350 AM ਦੇ ਉੱਪਰ ਤੁਸੀਂ ਸੁਣ ਰਹੇ ਹੋ ਤੇ ਬੌਬੀ ਸਿੱਧੂ ਹੋਰੀ, ਗੁਰਸ਼ਨ ਬੌਬੀ ਸਿੱਧੂ, ਹਰਸਿਮਰਨ ਹੋਰੀ ਤੇ ਨਾਲ ਪ੍ਰਭਜੋਤ ਹੋਰਾਂ ਦੇ ਨਾਲ ਸਾਡੀ ਖਾਸ ਗੱਲਬਾਤ ਚੱਲ ਰਹੀ ਹੈ।
ਰਵੀ ਸਿੰਘ ਹੋਰਾਂ ਦੇ ਲਈ ਸੰਬੰਧਿਤ ਇਹ ਵਿਸ਼ੇਸ਼ ਸਾਡਾ ਇੱਕ ਸੈਗਮੈਂਟ ਅੱਜ ਦੇ ਪ੍ਰੋਗਰਾਮ 'ਚ ਅਸੀਂ ਖਾਲਸਾ ਏਡ ਦੇ ਲਈ ਗੱਲਬਾਤ ਕਰ ਰਹੇ ਹਾਂ। You're listening to CIRF 1350 AM Brampton, Radio Humsafar. ਜੀ ਦੋਸਤੋ, ਹਰ ਰੋਜ਼ ਮੰਡੇ ਟੂ ਫਰਾਈਡੇ 2 ਵਜੇ ਤੋਂ ਲੈ ਕੇ 5 ਵਜੇ ਤੱਕ ਸਾਡਾ ਤੁਹਾਡਾ ਸਾਥ ਹੁੰਦਾ ਹੈ। ਸੋ ਹਰਜਿੰਦਰ ਗਿੱਲ ਸ਼ੋਅ ਤੁਸੀਂ 2 ਵਜੇ ਤੋਂ 5 ਵਜੇ ਅਗਰ ਇਸ ਪ੍ਰੋਗਰਾਮ ਦੇ ਦੌਰਾਨ ਅਗਰ ਗੱਲਬਾਤ ਕਰਨੀ ਹੈ ਜਾਂ ਫਿਰ ਕੋਈ ਐਡਵਰਟਾਈਜ਼ਮੈਂਟ ਜਾਂ ਬਿਜ਼ਨਸ ਨੂੰ ਪ੍ਰਮੋਟ ਕਰਨ ਦੇ ਲਈ ਹੈਲਪ ਚਾਹੀਦੀ ਹੈ ਤਾਂ 6474006862 647 400 6862 ਤੇ ਸਾਡੀ ਟੀਮ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਹਰਸਿਮਰਤ ਹੋਰੀ ਵੀ ਮੇਰੇ ਨਾਲ ਨੇ ਸਟੂਡੀਓ 'ਚ। ਹਰਸਿਮਰਤ, ਤੁਸੀਂ ਖਾਲਸਾ ਏਡ ਬਾਰੇ ਕਿੰਨਾ ਕੁ ਜਾਣਦੇ ਹੋ? ਜੀ ਬਿਲਕੁਲ, ਜੇਕਰ ਗੱਲ ਕਰੀਏ ਕਿ ਜਦੋਂ ਪਹਿਲਾਂ ਮੈਂ ਸੁਣਿਆ ਬਹੁਤ ਸੀ, ਪਰ ਇਨ ਡੈਪਥ ਜਦੋਂ ਮੈਨੂੰ ਜ਼ਿਆਦਾ ਚੀਜ਼ ਦੀ ਨੌਲੇਜ ਹੋਈ ਸੀਗੀ ਤਾਂ ਜਦੋਂ ਫਿਲਮ ਇੰਡਸਟਰੀ ਤੇ ਮਿਊਜ਼ਿਕ ਇੰਡਸਟਰੀ, ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਆਰਟਿਸਟ ਨੇ ਉਹਨਾਂ ਨਾਲ ਜੁੜ ਕੇ ਕੰਮ ਕਰਨਾ ਸ਼ੁਰੂ ਕਰਤਾ ਸੀ। ਕਿਉਂਕਿ ਯੂਥ ਨੂੰ ਕੀ ਹੁੰਦਾ ਕਿ ਇੱਕ ਜ਼ਰੀਆ ਚਾਹੀਦਾ ਹੁੰਦਾ ਹੈ। ਜੇ ਹਿਸਟਰੀ ਉਹ ਪੜ੍ਹਨ ਜਾਂ ਨਾ ਪੜ੍ਹਨ, ਪਰ ਐਕਟਰਸ ਨੂੰ ਜ਼ਰੂਰ ਦੇਖਦੇ ਨੇ। ਸੋ 2 ਸਾਲ ਪਹਿਲੇ ਜੇਕਰ ਆਪਣੀ ਗੱਲ ਕਰਾਂ, ਸੋ ਮੈਨੂੰ ਇਹ ਚੀਜ਼ ਦੀ ਇਨ ਡੈਪਥ ਨੌਲੇਜ ਉਦੋਂ ਹੋਈ ਸੀ ਜਦੋਂ ਮੈਂ ਹਿਮਾਂਸ਼ੀ ਖੁਰਾਨਾ ਨੂੰ ਖਾਲਸਾ ਏਡ ਦੇ ਨਾਲ ਕੰਮ ਕਰਦੇ ਦੇਖਿਆ ਸੀ। ਉਸ ਤੋਂ ਬਾਅਦ ਮੈਂ ਇਹਨਾਂ ਨੂੰ ਰਿਸਰਚ ਕੀਤਾ ਸੀਗਾ ਕਿ ਇਹ ਐਕਚੁਅਲ 'ਚ ਕਰਦੇ ਕੀ ਹੈ, ਕਿਵੇਂ ਹੈ, ਸੋ ਕਿਉਂ ਹਿਮਾਂਸ਼ੀ ਖੁਰਾਨਾ ਇਹਨਾਂ ਦੇ ਨਾਲ ਰਹੇ। ਸੋ ਇਹ ਇਹਨਾਂ ਦਾ ਸਭ ਤੋਂ ਵੱਡਾ ਪਲੱਸ ਪੁਆਇੰਟ ਹੈ ਕਿ ਜਿਹੜੀ ਹਿਊਮੈਨਿਟੀ ਦੀ ਗੱਲ ਕਰ ਰਹੇ ਹਾਂ ਇਹ ਉਹਨੂੰ ਉੱਤੇ ਰੱਖਦੇ ਹੈ। ਕਿਸੇ ਵੀ ਪੋਲੀਟੀਕਲ ਪਾਰਟੀ ਦੀ ਗੱਲ ਕਰਨ ਤੋਂ ਪਹਿਲਾਂ ਉਹ ਇਨਸਾਨੀਅਤ ਦੀ ਗੱਲ ਕਰਦੇ ਹੈ। ਉਹਨਾਂ ਦਾ ਬੇਸ ਬ੍ਰਿਟਿਸ਼ ਦਾ ਹੈਗਾ। ਸੋ 1999 ਦੇ ਵਿੱਚ ਇਹਨਾਂ ਨੇ ਇਸ ਦੀ ਇਸਟੈਬਲਿਸ਼ਮੈਂਟ ਕੀਤੀ ਸੀ। ਉਸ ਤੋਂ ਬਾਅਦ ਇਹਨਾਂ ਨੇ ਬਹੁਤ ਕੰਮ ਕੀਤਾ ਹੈ। ਔਰ ਮੈਨੂੰ ਲੱਗਦਾ ਹੈ ਕਿ ਕਿਸੇ ਵੀ ਚੀਜ਼ ਨੂੰ ਪਬਲਿਸਾਈਜ਼ ਕਰਨ ਦੇ ਲਈ ਇੱਕ ਜ਼ਰੀਆ ਜ਼ਰੂਰ ਚਾਹੀਦਾ ਹੁੰਦਾ ਹੈ। ਸੋ ਜਦੋਂ ਕੋਈ ਯੂਥ ਨੂੰ ਕਨੈਕਟ ਕਰਨ ਦੇ ਲਈ ਜਦੋਂ ਆਰਟਿਸਟ ਵਿੱਚ ਆ ਜਾਂਦੇ ਨੇ ਨਾ, ਸੋ ਉਹ ਬਹੁਤ ਚੰਗੇ ਤਰੀਕੇ ਨਾਲ ਪਬਲਿਸਾਈਜ਼ ਹੋ ਜਾਂਦੀ ਹੈ। ਸੋ ਇਸ ਤੋਂ ਬਾਅਦ ਇਹਨਾਂ ਦੇ ਜਿਹੜੇ ਐਫਰਟਸ ਰਹਿੰਦੇ ਸੀ ਨਾ, ਉਹ ਮੇਰੇ ਆਪਣਾ ਐਗਜ਼ਾਮਪਲ ਦਊਂਗੀ ਕਿ ਉਹ ਮੇਰੇ ਸਾਹਮਣੇ ਇਸ ਜ਼ਰੀਏ ਤੋਂ ਫਿਰ ਆਉਂਦੇ ਰਹੇ। ਫਿਰ ਮੈਨੂੰ ਪਤਾ ਲੱਗਿਆ ਕਿ ਉਹ ਕਿਸ ਤਰੀਕੇ ਦੇ ਨਾਲ ਵੱਧ ਰਹੇ ਨੇ, ਇਹਨਾਂ ਦਾ ਮੋਟਿਵ ਕੀ ਹੈ। ਔਰ ਹੁਣ ਤਾਂ ਮੈਂ ਕਹਿ ਹੀ ਸਕਦੀ ਹਾਂ ਕਿ ਫਾਰਮਰਸ ਦੀ ਗੱਲ ਕਰੀਏ, ਸੋ ਬਹੁਤ ਚੰਗੇ ਤਰੀਕੇ ਦੇ ਨਾਲ ਇਹਨਾਂ ਨੇ ਉਹਨਾਂ ਨੂੰ ਜਿਹੜੇ ਬੈਡਸ ਪ੍ਰੋਵਾਈਡ ਕੀਤੇ ਨੇ, ਉੱਥੇ ਜੋ ਅਰੇਂਜਮੈਂਟ ਕੀਤਾ ਖਾਲਸਾ ਏਡ ਨੇ, ਜੋ ਖਾਣਾ ਦੇਣ ਦਾ ਇਹਨਾਂ ਦੀ ਹਮੇਸ਼ਾ ਉਹ ਚੀਜ਼ ਰਹਿੰਦੀ ਹੈ ਕਿ ਅਸੀਂ ਬਿਲਕੁਲ ਨਾਲ ਪ੍ਰੋਵਾਈਡ ਕਰਾਂਗੇ, ਕਿਤੇ ਪੈਸੇ ਦੀ ਕਮੀ ਨਹੀਂ, ਕਿਤੇ ਕੋਈ ਚੀਜ਼ ਦੀ। ਈਵਨ ਇੱਕ ਚੀਜ਼ ਕਿ ਜਦੋਂ ਤੋਂ ਇਹ ਅਪਫਰੰਟ ਹੋ ਕੇ ਸਾਹਮਣੇ ਵੀ ਆਏ ਤਾਂ ਵੀ ਕੋਈ ਵੀ ਮੈਨੂੰ ਲੱਗਦਾ ਐਸੀ ਕੋਈ ਡੈਰੋਗੇਟਰੀ ਸਟੇਟਮੈਂਟ ਇਹਨਾਂ ਵੱਲੋਂ ਨਹੀਂ ਆਈ। ਕਈ ਵਾਰੀ ਕੀ ਹੁੰਦਾ ਕਿ ਜੋ ਕਿਹਾ ਜਾਂਦਾ ਹੈ ਉਹਦੇ ਉਲਟ ਕੁਛ ਨਾ ਕੁਛ ਸੁਣਨ ਨੂੰ ਮਿਲ ਜਾਂਦਾ ਹੈ, ਪਰ ਜੋ ਇਹਨਾਂ ਨੇ ਕਿਹਾ ਇਹ ਉੱਤੇ ਹੀ ਖੜੇ ਹੋਏ। ਔਰ ਮੇਰੇ ਤੱਕ ਹਾਲੇ ਤੱਕ ਮੈਨੂੰ ਲੱਗਦਾ ਲੋਕਾਂ ਤੱਕ ਵੀ ਜ਼ਰੂਰ ਨਹੀਂ ਗਈ ਹੋਏਗੀ, ਮੈਨੂੰ ਹਾਲੇ ਤੱਕ ਕੋਈ ਵੀ ਇਹਨਾਂ ਦੀ ਡੈਰੋਗੇਟਰੀ ਸਟੇਟਮੈਂਟ ਇਹਨਾਂ ਦੀ ਆਪਣੀ ਸਟੇਟਮੈਂਟ ਦੇ ਨਾਲ ਹੀ ਉਲਝਦੀ ਹੋਈ ਦਿਖਾਈ ਨਹੀਂ ਦਿੱਤੀ, ਸੁਣਾਈ ਨਹੀਂ ਦਿੱਤੀ। ਰਾਈਟ। ਅੱਛਾ ਬਾਬੂ ਜੀ, ਇਸ ਗੱਲ ਨੂੰ ਥੋੜਾ ਜਿਹਾ ਮੈਂ ਜੇ ਅੱਗੇ ਤੋਰਾਂ, ਕਿਤੇ ਨਾ ਕਿਤੇ ਜਦੋਂ ਇੱਕ ਡਾਊਟ ਜਾਂ ਇੱਕ ਕੰਸਰਨ ਦੇ ਰੂਪ ਦੇ ਵਿੱਚ ਦੇਖਦੇ ਹਾਂ ਤਾਂ ਅੱਜ ਦੀ ਡੇਟ 'ਚ ਜੇ ਦੇਖੀਏ ਇਸ ਵੇਲੇ ਜੋ ਇੰਡੀਅਨ ਮੀਡੀਆ ਵੱਲੋਂ ਖਾਸ ਤੌਰ 'ਤੇ ਪਰਟੀਕੂਲਰਲੀ ਕੁਛ 1-2 ਚੈਨਲਸ ਵੱਲੋਂ ਜਿਹੜੀ ਗੱਲ ਕੀਤੀ ਜਾ ਰਹੀ ਹੈ ਉਹ ਕੀ ਹੈ ਤੁਹਾਡੇ ਸਾਹਮਣੇ ਆਈ ਇਸ ਵੇਲੇ? ਜੀ ਬਾਬੂ ਜੀ। ਉਹਨਾਂ ਦੀ ਸ਼ਾਇਦ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੈਗੀ। ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਗੋ ਅਹੈਡ ਪਲੀਜ਼। ਹਾਂਜੀ, ਸ਼ਾਇਦ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੈਗੀ ਕਿ ਜਿਹੜਾ ਨਾ ਮੈਂ ਅਕਸਰ ਦੇਖਿਆ ਕਿ ਜਿੱਥੇ ਵੀ ਕੇਸਰੀ ਨਿਸ਼ਾਨ ਹੋਵੇ ਜਾਂ ਸਾਡੇ ਖੰਡਾ ਸਾਹਿਬ ਦਾ ਸਿੰਬਲ ਵਿੱਚ ਹੋਵੇ ਤਾਂ ਲੋਕ ਬਹੁਤ, ਮੈਂ ਦੇਖਿਆ ਕਿ ਕੁਛ ਹਲੇ ਵੀ ਮੀਡੀਆ ਦੇ ਨਾਲ ਜੁੜੇ ਹੋਏ ਭਾਰਤ ਦੇ ਵਿੱਚ ਉਹਨੂੰ ਵੱਖਰਾ ਢੰਗ ਦੇਣ ਦੀ ਕੋਸ਼ਿਸ਼ ਕਰਦੇ ਆ। ਸ਼ਾਇਦ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੈਗੀ ਕਿ ਸਾਡੇ ਜਿਹੜੇ ਰਿਲੀਜੀਅਸ ਚਿੰਨ੍ਹ ਹੈਗੇ ਆ, ਸਿੰਬਲ ਹੈਗੇ ਆ, ਉਹਨਾਂ ਦੇ ਕੀ ਸਾਡੇ ਧਰਮ ਵਿੱਚ ਜਗ੍ਹਾ ਹੈਗੀ ਆ, ਸਾਡੇ ਸਮਾਜ ਵਿੱਚ ਜਗ੍ਹਾ ਹੈਗੀ ਆ। ਉਹ ਗੱਲਾਂ ਕਰਕੇ ਮੈਨੂੰ ਲੱਗਦਾ ਕਈ ਵਾਰੀ ਉਹ ਜਿਹੜੀਆਂ ਗੱਲਾਂ ਕਰ ਜਾਂਦੇ ਆ ਜਿਹੜੀਆਂ ਕਿ ਤੁਹਾਨੂੰ ਖੁਦ ਹੈਰਾਨੀ ਹੁੰਦੀ ਹੈ ਕਿ ਅੱਜ ਦੇ ਯੁੱਗ ਦੇ ਵਿੱਚ ਵੀ ਜਦੋਂ ਆਦਮੀ ਰਿਸਰਚ ਕਰ ਸਕਦਾ ਆ, ਹਰ ਕਿਸੇ ਦਾ ਬੈਕਗਰਾਊਂਡ ਚੈੱਕ ਕਰ ਸਕਦਾ ਆ, ਤੇ ਉਹ ਕਿਸੇ ਨੂੰ ਸਟੀਰੀਓਟਾਈਪ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਵੇਂ ਰਵੀ ਸਿੰਘ ਉਹਨਾਂ ਨੂੰ ਖਾਲਸਾ ਏਡ, ਮੈਨੂੰ ਬੜਾ ਦੁੱਖ ਹੋਇਆ ਕਿ ਕੁਛ ਇੱਕ ਮੀਡੀਆ ਵਾਲਿਆਂ ਨੇ ਭਾਰਤ ਦੇ ਵਿੱਚ ਉਹਨਾਂ ਤੇ ਇੱਕ ਟੈਗ ਲਾ ਦਿੱਤਾ, ਕੋਸ਼ਿਸ਼ ਕੀਤੀ ਇਹ ਜੀ ਖਾਲਿਸਤਾਨੀ ਜਥੇਬੰਦੀ ਹੈਗੀ ਆ ਜਾਂ ਹੋਰ ਇਹੋ ਜਿਹੀਆਂ ਗੱਲਾਂ ਕਰ ਦਿੱਤੀਆਂ। ਦੇਖੋ ਰਵੀ ਸਿੰਘ ਉਹਨਾਂ ਬਾਬੂ ਜੀ, ਮੈਂ ਮਾਫੀ ਚਾਹੁੰਦਾ, ਤੁਹਾਡੀ ਆਵਾਜ਼ 'ਚ ਕੁਛ ਨਾ ਡਿਸਟਰਬੈਂਸ ਆ ਰਹੀ ਹੈ, ਮੈਨੂੰ ਦੁਬਾਰਾ ਕਾਲ ਕਰਨੀ ਪੈਣੀ ਹੈ। ਮੈਂ ਕਾਲ ਕੱਟ ਕੇ ਦੁਬਾਰਾ ਕਾਲ ਕਰਦਾ ਜੀ ਤੁਹਾਨੂੰ। ਹਾਂਜੀ ਸੌਰੀ, ਮੈਂ ਮਾਫੀ ਚਾਹੁੰਦਾ ਜੀ ਕਿਉਂਕਿ ਅਦਰਵਾਈਜ਼ ਗੱਲ ਪੂਰੀ ਕਲੀਅਰ ਨਹੀਂ ਜਾ ਰਹੀ। ਸੋ ਪ੍ਰਭਜੋਤ, ਮੀਨ ਟਾਈਮ ਮੈਂ ਤੁਹਾਡੇ ਤੋਂ ਥੋੜਾ ਜਿਹਾ ਇਨਫੋਰਮੇਸ਼ਨ ਲੈਣੀ ਚਾਹਾਂਗਾ ਖਾਲਸਾ ਏਡ ਦੇ ਬਾਰੇ 'ਚ। ਤੁਸੀਂ ਕਦੋਂ ਤੋਂ ਅਵੇਅਰ ਹੋ, ਤੁਹਾਨੂੰ ਕਦੋਂ ਤੋਂ ਪਤਾ ਲੱਗਿਆ ਤੇ ਕੀ ਤੁਹਾਡਾ ਐਂਗਲ ਕੀ ਹੈ? ਖਾਲਸਾ ਏਡ
ਦੀ ਜਿਹੜੀ ਇਨਫੋਰਮੇਸ਼ਨ ਹੈ ਆਈ ਥਿੰਕ ਉਹ ਕਾਫੀ ਟਾਈਮ ਤੋਂ, ਚਾਹੇ ਉਹ ਸੁਨਾਮੀ ਹੋਏ, ਚਾਹੇ ਉਹ ਨੇਪਾਲ ਦਾ ਅਰਥਕੁਏਕ ਹੋਏ, ਜਿਸ ਸ਼ਿੱਦਤ ਦੇ ਨਾਲ ਖਾਲਸਾ ਏਡ ਹਰ ਜਗ੍ਹਾ ਪਹੁੰਚੀ ਹੈ, ਚਾਹੇ ਫਲੱਡ ਆਉਣ, ਚਾਹੇ ਇੰਡੀਆ ਦੇ ਵਿੱਚ, ਸੋ ਨਾਟ ਜਸਟ ਇਨ ਇੰਡੀਆ ਬਟ ਅਕ੍ਰੋਸ ਦ ਗਲੋਬ ਜਿੱਥੇ ਵੀ ਡਿਜ਼ਾਸਟਰ ਆਏ ਨੇ, ਉੱਥੇ ਹਰ ਇੱਕ ਕੰਟਰੀ ਦੀ ਡਿਜ਼ਾਸਟਰ ਪ੍ਰੀਪੇਅਰਡਨੈਸ ਰੈਡੀਨੈਸ ਇੱਕ ਟੀਮ ਹੁੰਦੀ ਹੈ। ਸੋ ਖਾਲਸਾ ਏਡ ਨੇ ਹਮੇਸ਼ਾ ਹੀ ਅੱਗੇ ਵੱਧ ਕੇ ਕੰਮ ਕੀਤਾ ਹੈ। ਸੋ ਮੈਂ ਕਾਫੀ ਲੌਂਗ ਟਾਈਮ ਤੋਂ ਇਸ ਚੀਜ਼ ਨੂੰ ਫੋਲੋ ਕਰ ਰਹੀ ਹਾਂ, ਔਰ ਆਈ ਥਿੰਕ ਬੈਕ ਇਨ 2011 2012 ਦੇ ਵਿੱਚ ਸ਼ਾਇਦ ਇੱਕ ਮੂਵਮੈਂਟ ਵੀ ਸਟਾਰਟ ਹੋਇਆ ਸੀਗਾ ਕਿ ਆਈ ਐਮ ਵਿਦ ਖਾਲਸਾ ਏਡ, ਔਰ ਉਸੇ ਟਾਈਮ ਤੋਂ ਮੈਂ ਫੋਲੋ ਕਰ ਰਹੀ ਹਾਂ। ਐਂਡ ਜੇਕਰ ਮੈਂ ਫਾਰਮਰਸ ਮੂਵਮੈਂਟ ਦੀ ਗੱਲ ਕਰਾਂ ਤੇ ਬਹੁਤ ਹੀ ਵਧੀਆ ਮੈਨੂੰ ਲੱਗਦਾ ਕਿ ਉਹਨਾਂ ਨੇ ਫਾਰਮਰਸ ਦੀ ਹੈਲਪ ਵਾਸਤੇ ਉੱਥੇ ਵੀ ਪਹੁੰਚ ਗਏ, ਔਰ ਸ਼ਾਇਦ ਜੇਕਰ ਮੈਂ ਇੰਡੀਅਨ ਮੀਡੀਆ ਦੀ ਗੱਲ ਕਰਾਂ ਮੇ ਬੀ ਸ਼ਾਇਦ ਇਸ ਕਰਕੇ ਉਹਨਾਂ ਨੂੰ ਲਿਟਲ ਔਕਵਰਡ ਲੱਗ ਰਿਹਾ, ਕਿਉਂਕਿ ਜਿੰਨੇ ਵੀ ਹੁਣ ਤੱਕ ਪ੍ਰੋਟੈਸਟ ਇੰਡੀਆ ਦੇ ਵਿੱਚ ਹੋਏ ਨੇ ਉਹਦੇ ਵਿੱਚ ਇਸ ਤਰੀਕੇ ਦੇ ਨਾਲ ਸ਼ਾਇਦ ਕਿਸੇ ਨੂੰ ਅਪਫਰੰਟ ਦੇਖਿਆ ਨਹੀਂ ਗਿਆ ਕਿ ਕੋਈ ਮਸਾਜ ਚੇਅਰ ਲਗਾਈ ਜਾ ਰਹੀ ਹੈ। ਸ਼ਾਇਦ ਪ੍ਰੋਬਲਮ ਮੈਨੂੰ ਲੱਗਦਾ ਕਿ ਇਹ ਹੈ ਕਿ ਮਸਾਜ ਚੇਅਰ ਫਾਰਮਰਸ ਵਾਸਤੇ ਕਿਉਂ ਹੈ, ਜਾਂ ਫਿਰ ਫਾਰਮਰਸ ਨੂੰ ਪੀਜ਼ੇ ਦਾ ਲੰਗਰ ਕਿਉਂ ਮਿਲ ਰਿਹਾ। ਮੈਨੂੰ ਲੱਗਦਾ ਹੈ ਕਿ ਕੁਐਸਚਨਸ ਇਸ ਤੇ ਉੱਠ ਰਹੇ ਨੇ ਔਰ ਜੋ ਕਿ ਨਹੀਂ ਉੱਠਣੇ ਚਾਹੀਦੇ। ਸੋ ਬਹੁਤ ਸਾਰੇ ਕਿੰਤੂ ਪਰੰਤੂ ਇਸ ਟਾਈਮ ਉੱਠੇ ਜਾ ਰਹੇ ਨੇ, ਔਰ ਜਿੱਦਾਂ ਬੋਬੀ ਜੀ ਨੇ ਕਿਹਾ ਕਿ ਜਿੱਥੇ ਖੰਡਾ ਸਾਹਿਬ ਆਉਂਦਾ ਹੈ ਜਾਂ ਜਿੱਥੇ ਕੇਸਰੀ ਰੰਗ ਆਉਂਦਾ ਹੈ ਉੱਥੇ ਹਮੇਸ਼ਾ ਹੀ ਇੱਕ ਕੁਐਸਚਨ ਮਾਰਕ, ਇੱਕ ਡਿਫਰੈਂਟ ਵੇ ਦੇ ਨਾਲ ਦੇਖਿਆ ਗਿਆ ਕਿ ਸ਼ਾਇਦ ਇੱਕ ਖਾਲਿਸਤਾਨੀ ਸੋਚ ਵਾਲੇ ਨੇ ਜਾਂ ਇੱਕ ਡਿਫਰੈਂਟ ਵੇ ਦੇ ਨਾਲ ਇਸ ਪੂਰੇ ਪ੍ਰੋਟੈਸਟ ਨੂੰ ਲੀਡ ਕਰ ਰਹੇ ਨੇ, ਜਾਂ ਫਿਰ ਕਿਤੇ ਇੰਡੀਆ ਦੇ ਲੋਕਾਂ ਨੂੰ ਤਾਂ ਨਹੀਂ ਭੜਕਾ ਰਹੇ। ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਥੋੜੇ ਦਿਨ ਪਹਿਲਾਂ ਇਹ ਜਿਹੜੀਆਂ ਗੱਲਾਂ ਨੇ ਇਹ ਸਰਫੇਸ ਹੋਈਆਂ ਨੇ। ਰਾਈਟ। ਅੱਛਾ ਬਾਬੂ ਜੀ, ਇੱਕ ਵਾਰੀ ਫਿਰ ਜੀ ਆਨੂੰ ਤੇ ਅੱਛਾ ਅਸੀਂ ਜੇ ਅਸੀਂ ਗੱਲ ਕਰੀਏ, ਕਈ ਵਾਰ ਇਹ ਵੀ ਸਵਾਲ ਖੜਾ ਹੋ ਜਾਂਦਾ ਹੈ ਕਿ ਰਵੀ ਸਿੰਘ ਹੋਰੀ ਕਈ ਵਾਰ ਕੋਈ ਨਾ ਕੋਈ ਪੋਲੀਟੀਕਲ ਸਟੇਟਮੈਂਟਸ ਦੇਣ ਲੱਗੇ ਵੀ ਡਰਦੇ ਨਹੀਂ ਆ, ਉਹ ਪਿੱਛੇ ਨਹੀਂ ਹਟਦੇ। ਕਈ ਵਾਰ ਬਹੁਤ ਐਗਰੈਸਿਵ ਹੋ ਕੇ ਉਹ ਬਹੁਤ ਵੱਡੀਆਂ ਸਟੇਟਮੈਂਟਸ ਵੀ ਉਹ ਸਰਕਾਰਾਂ ਪ੍ਰਤੀ, ਪ੍ਰਸ਼ਾਸਨ ਪ੍ਰਤੀ, ਜਾਂ ਜਿੱਥੇ ਕਿਤੇ ਕੋਈ ਇਸ ਤਰ੍ਹਾਂ ਦੀ ਗੜਬੜ ਹੋ ਰਹੀ ਹੋਵੇ ਉਹ ਸਟੇਟਮੈਂਟਸ ਵੀ ਦੇ ਦਿੰਦੇ ਆ। ਸ਼ਾਇਦ ਕਿਤੇ ਇਸ ਗੱਲ ਨੂੰ ਤੁਸੀਂ ਕਿਵੇਂ ਦੇਖਦੇ ਹੋ? ਉਹ ਹਿਊਮੈਨਿਟੇਰੀਅਨ ਹੈਗੇ ਆ, ਲੋਕ ਸੇਵਾ ਦਾ ਕੰਮ ਕਰਦੇ ਆ, ਤੇ ਇਹੋ ਜਿਹੀ ਗੱਲ ਕਰਨਾ ਮੈਨੂੰ ਲੱਗਦਾ ਸਹੀ ਵੀ ਹੈਗਾ, ਉਹਨਾਂ ਦਾ ਹੱਕ ਵੀ ਹੈਗਾ ਆ ਤੇ ਬਣਦਾ ਵੀ ਹੈਗਾ ਆ। ਤੇ ਹਿਸਟਰੀ ਦੇਖ ਲਓ, ਜਿੰਨੇ ਵੀ ਵੱਡੇ ਸਮਾਜ ਸੇਵਕ ਹੋਏ ਆ ਜਿਨ੍ਹਾਂ ਨੇ ਹਿਊਮੈਨਿਟੇਰੀਅਨ ਦਾ ਸਭ ਤੋਂ ਵੱਧ ਕੰਮ ਕੀਤਾ ਹੈ, ਤੇ ਉਸ ਵੇਲੇ ਦੀਆਂ ਸਰਕਾਰਾਂ ਨੂੰ, ਪ੍ਰਸ਼ਾਸਨਾਂ ਨੂੰ ਵੰਗਾਰਦੇ ਵੀ ਰਹੇ ਆ ਜਿੱਥੇ ਗਲਤੀਆਂ ਹੋਈਆਂ ਹੋਣ। ਉਹਨਾਂ ਦਾ ਜਿਹੜਾ ਮੈਸੇਜ ਹੈਗਾ ਹਿਊਮੈਨਿਟੇਰੀਅਨ ਕਾਜ਼ਜ਼ ਵਾਸਤੇ ਆ। ਜਦੋਂ ਉਹਨਾਂ ਨੂੰ ਕਿਤੇ ਲੱਗਦਾ ਆ ਕਿ ਕਿਤੇ ਭੇਦਭਾਵ ਹੋ ਰਿਹਾ ਆ, ਕਿਤੇ ਸਰਕਾਰਾਂ ਲੋਕਾਂ 'ਚ ਨਫ਼ਰਤ ਫੈਲਾ ਰਹੀਆਂ ਆ, ਜਾਂ ਇਹੋ ਜਿਹਾ ਕੰਮ ਹੋ ਰਿਹਾ ਜਿਹਨਾਂ ਸੋਸਾਇਟੀ ਵੰਡ ਹੋ ਰਹੀ ਆ, ਤਾਂ ਉੱਥੇ ਉਹ ਹਮੇਸ਼ਾ ਸਟੇਟਮੈਂਟ ਦਿੰਦੇ ਆ। ਤੇ ਮੈਨੂੰ ਲੱਗਦਾ ਕਿ ਉਹਨਾਂ ਦਾ ਜੋ ਕਾਰਜ ਆ, ਜਿਸ ਤਰ੍ਹਾਂ ਉਹ ਸੇਵਾ ਕਰਦੇ ਆ, ਉਹ ਬਿਲਕੁਲ ਉਹਨਾਂ ਨੂੰ ਕਰਨਾ ਚਾਹੀਦਾ ਆ। ਰੀਜ਼ਨ ਵੀ ਕਿ ਜੇ ਤੁਸੀਂ ਸਮਾਜ ਸੇਵਾ ਇਕੱਲੀ ਕਰਨੀ ਹੈ, ਉਹਦੇ ਵਿੱਚ ਤੁਹਾਨੂੰ ਨਾਲ ਇੱਕ ਲੋਕਾਂ ਦੇ ਹੱਕਾਂ ਦੇ ਰਾਖੇ ਵੀ ਬਣਨਾ ਪੈਣਾ ਤੇ ਉਹਨਾਂ ਦੀ ਗੱਲ ਵੀ ਕਰਨੀ ਪੈਣੀ ਹੈ। ਪਰ ਮੈਂ ਫਿਰ ਕਹਿੰਦਾ ਆ ਕਿ ਗੱਲ ਵੱਡੀ ਆ ਕਿ ਜਿਵੇਂ ਭਾਰਤ ਦਾ ਮੀਡੀਆ ਕੁਛ ਉਹਨਾਂ ਤੇ ਅਟੈਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ, ਮੈਂ ਸਮਝਦਾ ਕਿ ਉਹਨਾਂ ਨੂੰ ਉਹਨਾਂ ਦਾ ਪਿਛੋਕੜ ਦੀ ਪੜਚੋਲ ਕਰਨੀ ਚਾਹੀਦੀ ਆ। ਜਦੋਂ ਖਾਸ ਕਰਕੇ ਸੀਰੀਆ ਦੇ ਵਿੱਚ ਉਹ ਸੇਵਾ ਕੀਤੀ ਉਹਨਾਂ ਨੇ, ਜਿੱਥੇ ਯਜ਼ੀਦੀ ਸੀਗੇ, ਉੱਥੇ ਅਸੀਰੀਅਨ ਜਿਹੜੇ ਕਿ ਬਹੁਤ ਮਾਈਨੋਰਿਟੀ ਲੋਕ ਨੇ, ਜਿਨ੍ਹਾਂ ਦੀ ਕਿਸੇ ਨੇ ਕੋਈ ਖੈਰ ਨਹੀਂ ਪੁੱਛੀ। ਉਹ ਜਿਹੜੇ ਲੋਕਾਂ ਨੇ ਉੱਥੇ ਪੋਲੀਟੀਕਲੀ ਹੋ ਕੇ ਜਦ ਹੋਰ ਦੇਸ਼ਾਂ ਨੇ ਸੀਰੀਆ ਵਿੱਚ ਹਾਲਾਤ ਕ੍ਰੀਏਟ ਕਰਤੇ, ਇੰਨੇ ਹਾਲਾਤ ਖਰਾਬ ਹੋ ਜਾਣ, ਉਹਨਾਂ ਵੀ ਨਹੀਂ ਉਹਨਾਂ ਦੇ ਸਾਰ ਨੇ। ਪਰ ਰਵੀ ਸਿੰਘ ਹੁਣੀ ਹੈਗੇ ਬਹੁਤ ਘੱਟ ਲੋਕ ਸੀ ਜਿਨ੍ਹਾਂ ਨੇ ਉੱਥੇ ਜਾ ਕੇ ਉਹਨਾਂ ਲੋਕਾਂ ਦੀ ਸਾਰ ਲਈ, ਉਹਨਾਂ ਦੀ ਸੇਵਾ ਕੀਤੀ। ਸੋ ਉਹਨਾਂ ਦਾ ਜੋ ਟਰੈਕ ਰੈਕਡ ਆ, ਮੈਂ ਜਿਵੇਂ ਪਹਿਲਾਂ ਕਹਿ ਦੇਵਾਂ, ਉਹਨਾਂ ਨੇ ਸੇਵਾ ਵੇਲੇ ਜਾਂ ਆਪਣੇ ਚੈਰਿਟੀ ਵੇਲੇ ਕੋਈ ਭੇਦਭਾਵ ਨਹੀਂ ਰੱਖਿਆ। ਆਦਮੀ ਆਪਣੇ ਕਰਮਾਂ ਨਾਲ ਜਾਣਿਆ ਜਾਂਦਾ। ਤੇ ਹੁਣ ਵੀ ਜਦੋਂ ਫਾਰਮਰਸ ਪ੍ਰੋਟੈਸਟ ਕਰ ਰਹੇ ਆ, ਤੇ ਉਹ ਫਾਰਮਰਸ ਵਿੱਚ ਇਹ ਭੇਦਭਾਵ ਤਾਂ ਨਹੀਂ ਰੱਖਿਆ ਜਾ ਰਿਹਾ ਨਾ ਕਿ ਇਹ ਸਿੱਖ ਫਾਰਮਰ ਆ, ਇਹ ਪੰਜਾਬ ਦਾ ਫਾਰਮਰ ਆ, ਹਰਿਆਣੇ ਦਾ ਫਾਰਮਰ ਆ। ਫਾਰਮਰ ਨੂੰ ਐਜ਼ ਅ ਫਾਰਮਰ ਦੇਖਿਆ ਜਾ ਰਿਹਾ। ਨਾਲ ਦੀ ਨਾਲ ਜਿਹੜੇ ਆਲੇ ਦੁਆਲੇ ਦੇ ਦਿੱਲੀ ਦੇ ਲੋਕ ਨੇ, ਜਿਹੜੇ ਗਰੀਬ ਲੋਕ ਨੇ, ਉਹ ਵੀ ਸਾਰੇ ਕਹਿੰਦੇ ਜੋ ਉੱਥੇ ਸੇਵਾ ਹੋ ਰਹੀ ਹੈ ਉਹਨਾਂ ਨੂੰ ਵੀ ਫਾਇਦਾ ਹੋ ਰਿਹਾ ਆ। ਉੱਥੇ ਵੀ ਕੋਈ ਭੇਦਭਾਵ ਨਹੀਂ ਹੋ ਰਿਹਾ। ਅੱਛਾ, ਜਿਹੜੀ ਜਿਹੜੀ ਫੰਡਿੰਗ ਹੁੰਦੀ ਹੈ ਜਦੋਂ ਵੀ ਖਾਲਸਾ ਏਡ ਦੀ ਜਾਂ ਹੋਰ ਸੰਸਥਾਵਾਂ ਦੀ, ਤੇ ਉਹਦੇ ਬਾਰੇ 'ਚ ਟਰਾਂਸਪੇਰੈਂਸੀ ਨੂੰ ਅਗਰ ਦੇਖੀਏ ਤਾਂ ਤੁਸੀਂ ਕਿੰਨਾ ਕੁ ਓਬਜ਼ਰਵ ਕਰਦੇ ਹੋ ਵੀ ਖਾਲਸਾ ਏਡ ਦੀ ਬਹੁਤ ਟਰਾਂਸਪੇਰੈਂਟ ਹੈ? ਜਦੋਂ ਵੀ ਜਿੱਥੇ ਕਿਤੇ ਵੀ ਫੰਡਸ ਆਉਂਦੇ ਆ ਉਹਨਾਂ ਨੂੰ ਪ੍ਰੋਪਰ ਉਹ ਇੱਕ ਪ੍ਰੋਜੈਕਟ ਡਿਸਾਈਡ ਕਰਕੇ, ਡਿਜ਼ਾਈਨ ਕਰਕੇ ਉਹਨੂੰ ਇੱਕ ਐਲੋਕੇਟ ਕੀਤੇ ਜਾਂਦਾ। ਇਹਦੇ ਤੇ ਕੁਝ ਤੁਸੀਂ ਸਟੱਡੀ ਕੀਤੀ ਹੋਵੇ? ਦੇਖੋ ਹਰਜਿੰਦਰ ਜੀ, ਇਹ ਆਰਗੇਨਾਈਜੇਸ਼ਨ ਜਿਹੜੀ ਹੈਗੀ ਆ ਵੱਖ-ਵੱਖ ਦੇਸ਼ਾਂ ਦੇ ਵਿੱਚ ਰਜਿਸਟਰਡ ਹੈਗੀ ਆ। ਜੋ ਮੈਂ ਪੂਰਾ ਸ਼ੋਰ ਹੈਗਾ, ਖਾਲਸਾ ਏਡ ਭਾਰਤ ਦੇ ਵਿੱਚ ਵੀ ਰਜਿਸਟਰਡ ਹੈਗੀ ਆ, ਇੰਗਲੈਂਡ ਵਿੱਚ ਵੀ ਆ, ਕੈਨੇਡਾ ਵਿੱਚ ਵੀ ਆ, USA ਦੇ ਵਿੱਚ ਵੀ, ਆਸਟ੍ਰੇਲੀਆ 'ਚ ਵੀ, ਹੋਰ EU ਦੇ ਹੋਰ ਦੇਸ਼ਾਂ 'ਚ ਵੀ ਹੈਗੀ ਆ। ਤੇ ਉਹ ਜੋ ਪ੍ਰੋਪਰ ਪ੍ਰੋਟੋਕੋਲ ਹੋਣਗੇ,
ਹਰ ਦੇਸ਼ ਵਿੱਚ ਟੈਕਸੇਸ਼ਨ ਦਾ ਸਿਸਟਮ ਆ, ਚੈਰਿਟੀਜ਼ ਜੇ ਰਨ ਕਿਵੇਂ ਕਰਨੀਆਂ, ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ ਕਿਵੇਂ ਰਨ ਕਰਨੀਆਂ, ਬੈਲੈਂਸਿਸ ਦੇ ਚੈੱਕਸ ਹੈਗੇ ਨੇ, ਡੋਨੇਸ਼ਨਸ ਕਿਵੇਂ ਜਮ੍ਹਾਂ ਕਰਨੀਆਂ ਪੂਰੇ ਹੈਗੇ ਆ। ਜਥੇਬੰਦੀ ਖਾਲਸਾ ਏਡ ਪਹਿਲੀ ਨਹੀਂ ਹੈਗੀ ਜਿਹੜੀ ਇੰਟਰਨੈਸ਼ਨਲ ਲੈਵਲ ਤੇ ਆ, ਕਿ ਰੈੱਡ ਕਰਾਸ ਹੈਗੀ ਹੈ, ਕਿ ਰੈੱਡ ਕਰਾਸ ਜੇ ਕਿਤੇ ਸੇਵਾ ਕਰਨ ਜਾਂਦੀ ਹੈ ਤੇ ਅਸੀਂ ਉਹਨਾਂ ਤੇ ਟੈਗ ਲਾਉਂਦੇ ਹਾਂ ਕਿ ਇਹ ਜੀ ਰੈੱਡ ਕਰਾਸ ਦਾ ਜਿਹੜਾ ਪਿਛਲਾ ਸਾਈਨ ਹੈ ਉਹ ਕਰਾਸ ਦਾ ਈਸਾਈਆਂ ਦੀ ਜਥੇਬੰਦੀ ਆ ਗਈ ਹੈ। ਸੋ ਮੈਨੂੰ ਲੱਗਦਾ ਕਿ ਜਿਹੜੇ ਕੁਝ ਲੋਕ ਕੁਐਸਚਨ ਕਰਦੇ ਆ ਨਾ, ਉਹਨਾਂ ਨੂੰ ਇਹ ਕੁਐਸਚਨ ਕਰਨ ਦੀ ਜਗ੍ਹਾ ਬਜਾਏ ਜੋ ਉਹ ਸੇਵਾ ਹੋ ਰਹੀ ਆ ਜਾਂ ਉਹ ਉਹਨਾਂ ਦੇ ਐਕਸ਼ਨ ਆ ਉਹਨਾਂ ਦੀ ਗੱਲ ਕਰਨੀ ਚਾਹੀਦੀ ਹੈ। ਤੇ ਇਸ ਵੇਲੇ ਰਵੀ ਸਿੰਘ ਉਹਨਾਂ ਦਾ ਮੈਂ ਤਾਂ ਹੀ ਕਹਿੰਦਾ ਪਿਛਲੇ ਦਹਾਕੇ ਦੇ ਵਿੱਚ ਉਸ ਤੋਂ ਵੱਧ ਮੈਨੂੰ ਕੋਈ ਇੰਟਰਨੈਸ਼ਨਲ ਲੈਵਲ ਤੇ ਕੋਈ ਚਿਹਰਾ ਨਜ਼ਰ ਨਹੀਂ ਆ ਰਿਹਾ ਜਿਨ੍ਹਾਂ ਨੇ ਇਸ ਪੱਧਰ ਤੇ ਜਾ ਕੇ ਕੰਮ ਕੀਤਾ ਹੋਵੇ ਲੋਕ ਸੇਵਾ ਦੇ ਵਾਸਤੇ। ਜੀ ਅੱਛਾ ਪ੍ਰਭਜੋਤ, ਇੱਕ ਚੀਜ਼ ਹੁਣ ਤੁਹਾਡੇ ਤੋਂ ਥੋੜ੍ਹੀ ਜਿਹੀ ਅੱਗੇ ਪੁੱਛਣੀ ਚਾਹਾਂਗੇ। ਜਦੋਂ ਅਸੀਂ ਇਸ ਤਰ੍ਹਾਂ ਦੀਆਂ ਸੰਸਥਾਵਾਂ ਦੀ ਗੱਲ ਕਰਦੇ ਹਾਂ, ਜਦੋਂ ਉਹ ਲੋਕਾਂ ਦੇ ਹੱਕ ਦੇ ਲਈ, ਲੋਕਾਂ ਦੀ ਭਲਾਈ ਦੇ ਲਈ ਕੰਮ ਕਰ ਰਹੀਆਂ ਹੁੰਦੀਆਂ ਨੇ, ਤਾਂ ਪੋਲੀਟੀਕਲ ਤੌਰ ਤੇ ਸੋਸ਼ਲ ਤੌਰ ਤੇ ਜਦੋਂ ਉਹ ਰਿਲੇਸ਼ਨਸ ਨੂੰ ਦੇਖਿਆ ਜਾਂਦਾ ਹੈ, ਤੁਸੀਂ ਕੀ ਓਬਜ਼ਰਵ ਕਰਦੇ ਹੋ ਵੀ ਸਿਆਸਤ ਤੇ ਸਮਾਜ ਸੇਵਾ ਇਹਨਾਂ ਦੋਨਾਂ ਦਾ ਕੋਈ ਕੰਬੀਨੇਸ਼ਨ ਜਿਹੜਾ ਬਣਦਾ ਉਹ ਕਿਵੇਂ ਦੇਖ ਰਹੇ ਹੋ ਤੁਸੀਂ? ਜੇਕਰ ਮੈਂ ਇਸ ਪੂਰੇ ਚੀਜ਼ ਨੂੰ ਦੇਖਾਂ ਕਿ ਸੋਸ਼ਲ ਐਂਡ ਪੋਲੀਟੀਕਲ, ਪਹਿਲੀ ਗੱਲ ਤਾਂ ਇਹ ਹੈ ਕਿ ਕੋਈ ਵੀ ਕੰਟਰੀ ਅਗਰ ਕਿਸੇ ਵੀ ਆਪਣੇ ਬੰਦੇ ਨੂੰ ਨੋਮੀਨੇਟ ਕਰਦੀ ਹੈ ਤੇ ਉਹ ਇਹ ਚੀਜ਼ ਦੇਖਦੀ ਹੈ ਕਿ ਉਹਨਾਂ ਦੇ ਸ਼ਾਇਦ ਹੱਕ ਦੇ ਵਿੱਚ ਕੌਣ ਖੜਾ ਹੁੰਦਾ ਹੈ। ਕਦੀ ਵੀ ਕਿਸੇ ਪੋਲੀਟੀਕਲ ਲੀਡਰ ਨੂੰ ਤੁਸੀਂ ਉਸ ਬੰਦੇ ਨੂੰ ਨੋਮੀਨੇਟ ਕਰਦੇ ਦੇਖਿਆ ਜੋ ਉਹਦੇ ਖਿਲਾਫ ਖੜਾ ਹੋਏ। ਔਰ ਨੋਬਲ ਪੀਸ ਪ੍ਰਾਈਜ਼ ਦੀ ਜਦ ਅਸੀਂ ਗੱਲ ਕਰਦੇ ਹਾਂ ਤੇ ਇਹ ਸਟਾਰਟ ਕੀਤਾ ਗਿਆ ਸੀਗਾ ਇੱਕ ਡਿਫਰੈਂਟ ਪਰਪਸ ਦੇ ਨਾਲ, ਔਰ ਬੋਬੀ ਜੀ ਨੇ ਪਹਿਲਾਂ ਕਵਰ ਕੀਤਾ ਹੋਇਆ ਹੈ। ਇਹ ਐਲਫਰਡ ਨੋਬਲ ਉਹਨਾਂ ਨੇ ਸਟਾਰਟ ਕੀਤਾ ਸੀਗਾ ਔਰ ਬੇਸਿਕ ਉਹਨਾਂ ਦਾ ਇਨਫੈਕਟ ਉਹਨਾਂ ਦੀ ਵਿਲ ਦੇ ਵਿੱਚ ਲਿਖਿਆ ਗਿਆ ਸੀਗਾ ਕਿ ਇਸ ਤਰੀਕੇ ਦਾ ਇੱਕ ਅਵਾਰਡ ਸਟਾਰਟ ਕੀਤਾ ਜਾਣਾ ਚਾਹੀਦਾ ਜਿਹਦੇ ਵਿੱਚ ਕੈਮਿਸਟਰੀ, ਫਿਜ਼ਿਕਸ ਔਰ ਲਿਟਰੇਚਰ ਤੇ ਇਸ ਤਰੀਕੇ ਦੇ ਜਿਹੜੇ ਵੀ ਐਕਸੈਪਸ਼ਨਲ ਕੰਮ ਕੀਤੇ ਜਾਂਦੇ ਨੇ ਔਰ ਪੀਸ, ਸੋ ਉਸ ਇਨਸਾਨ ਨੂੰ ਇਹ ਮਿਲਣਾ ਚਾਹੀਦਾ ਹੈ। ਔਰ ਹੁਣ ਤੱਕ 10 ਜਿਹੜੇ ਇੰਡੀਅਨਸ ਨੇ ਉਹ ਇਹ ਪ੍ਰਾਈਜ਼ ਲੈ ਕੇ ਜਾ ਚੁੱਕੇ ਨੇ ਔਰ ਸਭ ਤੋਂ ਪਹਿਲਾਂ ਜਿਹੜਾ ਪ੍ਰਾਈਜ਼ ਕਿਸੇ ਇੰਡੀਅਨ ਨੂੰ ਮਿਲਿਆ ਸੀਗਾ ਉਹ ਸੀਗਾ 1913 ਦੇ ਵਿੱਚ। ਸੋ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਮੈਟਰ ਕਰਦੀਆਂ ਨੇ। ਔਰ ਰਿਹਾ ਸਵਾਲ ਖਾਲਸਾ ਏਡ ਦਾ, ਤੇ ਮੈਨੂੰ ਲੱਗਦਾ ਹੈ ਕਿ ਕਿਉਂਕਿ ਉਹ ਪੀਸ ਕੈਟੇਗਰੀ ਦੇ ਵਿੱਚ ਫੋਲੋ ਕਰਦੇ ਨੇ, ਸੋ ਉਹਨਾਂ ਨੂੰ ਵੀ ਇਹ ਜਿਹੜਾ ਅਵਾਰਡ ਹੈ ਇਹ ਡੈਫੀਨੇਟਲੀ ਮਿਲਣਾ ਚਾਹੀਦਾ ਹੈ ਫॉर द ਵੰਡਰਫੁਲ ਵਰਕ ਦੈਟ ਹੀ ਹੈਜ਼ ਡਨ। ਕਿਉਂਕਿ ਜੇਕਰ ਮੈਂ ਪਾਸ ਦੀ ਗੱਲ ਕਰਾਂ ਤੇ ਸਿਮਿਲਰਲੀ ਵਰਲਡ ਫੂਡ ਪ੍ਰੋਗਰਾਮ ਸੀਗਾ ਜੋ ਯੂਨਾਈਟਿਡ ਨੇਸ਼ਨ ਵੱਲੋਂ ਹੀ ਜਾਂ ਯੂਨੀਸੈਫ ਦੀ ਗੱਲ ਜਦ ਅਸੀਂ ਕਰਦੇ ਹਾਂ, ਉਹਨਾਂ ਵੱਲੋਂ ਇੱਕ ਪ੍ਰੋਗਰਾਮ ਸਟਾਰਟ ਕੀਤਾ ਗਿਆ ਜਿਹਦੇ ਨਾਲ ਪੋਵਰਟੀ ਸਟਿਕਨ ਜਿਹੜੀ ਵੀ ਕੰਟਰੀਜ਼ ਨੇ ਉੱਥੇ ਖਾਣਾ ਪਹੁੰਚਾਉਣਾ, ਉੱਥੇ ਨਿਊਟ੍ਰੀਸ਼ਨਲ ਫੂਡ ਪਹੁੰਚਾਉਣਾ। ਸੋ ਜਦ ਇੱਦਾਂ ਦੇ ਪ੍ਰੋਗਰਾਮਸ ਅਗਰ ਨੋਬਲ ਪੀਸ ਪ੍ਰਾਈਜ਼ ਲੈ ਕੇ ਜਾ ਸਕਦੇ ਨੇ ਤੇ ਖਾਲਸਾ ਏਡ ਡੈਫੀਨੇਟਲੀ ਇਸ ਤਰੀਕੇ ਦੀ ਰੈਕਗਨਾਈਜੇਸ਼ਨ ਡਿਜ਼ਰਵ ਕਰਦੀ ਹੈ। ਜੀ ਅੱਛਾ, ਇਹਦੇ ਤੋਂ ਇਲਾਵਾ ਬਾਬਾ ਜੀ ਤੁਸੀਂ ਕੀ ਸੋਚਦੇ ਹੋ ਕਿ ਕ੍ਰਾਈਟੇਰੀਆ ਕੀ ਹੁੰਦਾ ਜਦੋਂ ਇਸ ਤਰ੍ਹਾਂ ਦੇ ਨਾਲ ਜਦੋਂ ਨੋਬਲ ਪੀਸ ਪ੍ਰਾਈਜ਼ ਦੇ ਲਈ ਕਿਸੇ ਨੂੰ ਨੋਮੀਨੇਟ ਕੀਤਾ ਜਾਂਦਾ ਜਾਂ ਚੂਜ਼ ਕੀਤਾ ਜਾਂਦਾ, ਕ੍ਰਾਈਟੇਰੀਆ ਦੇ ਉੱਤੇ ਤੁਸੀਂ ਕੁਝ ਆਪਣੀ ਨਜ਼ਰ? ਦੇਖੋ ਕ੍ਰਾਈਟੇਰੀਆ ਤੇ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਦੁਨੀਆ ਦੇ ਵਿੱਚ ਜਦੋਂ ਐਕਚੁਅਲੀ ਹਰਜਿੰਦਰ ਜੀ ਆਪਣੇ ਮੈਨੂੰ ਮਿਊਜ਼ੀਅਮ ਜਾਣ ਦਾ ਮੌਕਾ ਮਿਲਿਆ ਆ, ਵੈਸੇ ਇਹ ਸਟਾਕਹੋਮ ਦੇ ਵਿੱਚ ਸਾਰੇ ਅਵਾਰਡ ਦਿੱਤੇ ਜਾਂਦੇ ਆ, ਉਹ ਜੇ ਕੈਮਿਸਟਰੀ ਦਾ ਹੋਵੇ, ਫਿਜ਼ਿਕਸ ਦਾ ਹੋਵੇ, ਲਿਟਰੇਚਰ ਦਾ ਹੋਵੇ ਜਾਂ ਮੈਡੀਸਨ ਦਾ ਹੋਵੇ। ਪਰ ਜਿਹੜਾ ਇੱਕ ਕੈਟੇਗਰੀ ਪੀਸ ਦੀ ਹੈਗੀ ਆ ਉਹ ਔਸਲੋ ਨਾਰਵੇ ਦੇ ਵਿੱਚ ਦਿੱਤਾ ਜਾਂਦਾ ਆ ਜੀ। ਉਹਦੇ ਪਿੱਛੇ ਰੀਜ਼ਨ ਇਹ ਹੈਗਾ ਆ, ਮੈਂ ਉੱਥੇ ਹਰਜਿੰਦਰ ਜੀ ਕੁਝ ਸਾਲ ਪਹਿਲਾਂ ਗਿਆ ਸੀ, ਮੈਂ ਵੀ ਜਗਿਆਸੂ ਬੜਾ ਆ, ਤਾਂ ਮੈਂ ਕਾਫੀ ਉਹਦੇ ਬਾਰੇ ਸਮਝਣ ਦੀ ਕੋਸ਼ਿਸ਼ ਕੀਤੀ ਕਿ ਸਵੀਡਨ ਦੇ ਵਿੱਚ ਅਲਫਰਡ ਨੋਬਲ ਸੀਗੇ, ਉਹਨਾਂ ਦੀ ਜਿਹੜੀ ਜਿੱਥੋਂ ਉਹਨੇ ਆਪਣੀ ਵੈਲਥ ਕ੍ਰੀਏਟ ਕੀਤੀ ਸੀ ਉਹ ਡਾਇਨਾਮਾਈਟ ਜਾਂ ਬਲਿਸਟਿਕ ਦੇ ਥਰੂ ਕੀਤੀ ਸੀਗੀ, ਜਿਹਨਾਂ ਕਿ ਕਾਫੀ ਦੁਨੀਆ 'ਚ ਨੁਕਸਾਨ ਵੀ ਹੋਇਆ ਲੜਾਈ ਦੇ ਕਾਰਨ। ਉਹਨਾਂ ਦਾ ਕਿਤੇ ਕੌਨਸ਼ੀਅਸ ਉਹਦੇ ਭਾਰ ਸੀਗਾ ਜ਼ਮੀਰ ਤੇ, ਜਿਹਦੇ ਕਰਕੇ ਉਹਨਾਂ ਨੇ ਆਪਣੇ ਬਾਹਰ ਸਮਝਿਆ ਕਿ ਮੈਂ ਸ਼ਾਂਤੀ ਦੇ ਲਈ ਕੁਝ ਕਰਨਾ ਚਾਹੁੰਦਾ, ਤੇ ਉਹਨਾਂ ਨੇ ਇੱਕ ਪੀਸ ਜਿਹੜਾ ਅਵਾਰਡ ਵੀ ਵਿੱਚ ਨਾਲ ਐਡ ਕੀਤਾ। ਤੇ ਨਾਰਵੇ ਉਸ ਵੇਲੇ ਸਵੀਡਨ ਦੇ ਹੇਠਾਂ ਸੀਗਾ ਤੇ ਸਟਾਕਹੋਮ ਸਵੀਡਨ ਇੱਕ ਇੰਪੀਰੀਅਲਿਸਟ ਪਾਵਰ ਸੀਗੀ, ਜਿੱਥੇ ਕਿ ਉਹ ਲੜਾਈ ਲਈ ਜਾਂ ਹੋਰ ਚੀਜ਼ਾਂ ਲਈ ਕਾਫੀ ਉਹ ਐਡਵਾਂਸ ਉਹਨਾਂ ਦੀ ਮਿਲਟਰੀ ਸੀਗੀ। ਤਾਂ ਨਾਰਵੇ ਬੀਇੰਗ ਅ ਪੀਸਫੁਲ ਕੰਟਰੀ ਛੋਟਾ ਜਿਹਾ ਵਿੱਚ, ਉਹਨਾਂ ਨੇ ਕਿਹਾ ਕਿ ਜਿਹੜਾ ਇਹ ਕੈਟਾਗਰੀ ਆ ਉਹ ਔਸਲੋ ਦੇ ਵਿੱਚੋਂ ਚਲਾਉਣੀ ਚਾਹੀਦੀ ਹੈ, ਤੇ ਸੋ ਔਸਲੋ ਤੋਂ ਚੱਲਦੀ ਹੈ। ਤੇ ਬਹੁਤ ਵੱਡੇ ਨਾਮਾਂ ਦੇ ਵਿੱਚੋਂ ਇੱਕ ਨਾਮ ਜਿਹਨੂੰ ਅੱਜ ਤੱਕ ਨਹੀਂ ਮਿਲ ਸਕਿਆ ਉਹ ਸੀ ਮਹਾਤਮਾ ਗਾਂਧੀ, ਜਿਹਨੂੰ 5-6 ਵਾਰੀ ਨੋਮੀਨੇਟ ਕੀਤਾ ਗਿਆ ਪਰ ਨਹੀਂ ਮਿਲਿਆ। ਪਰ 1948 ਉਹਨਾਂ ਦੀ ਮੌਤ ਤੋਂ ਬਾਅਦ ਉਸ ਸਾਲ ਕਿਸੇ ਨੂੰ ਫਿਰ ਦਿੱਤਾ ਨਹੀਂ ਗਿਆ, ਕਿਉਂਕਿ ਇਹ ਮੰਨਿਆ ਗਿਆ ਕਿ ਇਸ ਸਾਲ ਕੋਈ ਵੀ ਜਿਉਂਦਾ ਆਦਮੀ ਇਹਦੇ ਲਾਇਕ ਨਹੀਂ ਹੈਗਾ। ਉਸ ਵੇਲੇ ਉਹਨਾਂ ਨੇ ਇਹ ਰੀਅਲਾਈਜ਼ ਕੀਤਾ ਕਿ ਅਸੀਂ ਕਿਤੇ ਨਾ ਕਿਤੇ ਗਲਤੀ ਕੀਤੀ, ਇੰਨੇ ਸਾਲ ਮਹਾਤਮਾ ਗਾਂਧੀ ਨੂੰ ਅਸੀਂ ਇਹ ਪ੍ਰਾਈਜ਼ ਨਹੀਂ ਦਿੱਤਾ।
ਤੇ ਇੱਕ ਵਾਰੀ ਇਹ ਵੀ ਹੋਇਆ ਕਿ ਇਹਨੂੰ ਨਾ ਵੀ ਕਰ ਦਿੱਤੀ ਗਈ ਜਦੋਂ ਆਪਣਾ ਯੂਨਾਈਟਿਡ ਸਟੇਟਸ ਤੇ ਵੀਅਤਨਾਮ ਦੀ ਜਿਹੜੀ ਲੜਾਈ ਹੋਈ ਆ, ਖਤਮ ਹੋਈ ਆ। ਹੈਰੀ ਕਿਸਿੰਜਰ ਜਿਨ੍ਹਾਂ ਨੇ ਵੱਡਾ ਰੋਲ ਪਲੇ ਕੀਤਾ ਸੀ ਅਮਰੀਕਾ ਵੱਲੋਂ, ਤੇ ਵੀਅਤਨਾਮ ਦੇ ਜਿਹੜੇ ਆਗੂ ਸੀ, ਮੈਨੂੰ ਹਰਜਿੰਦਰ ਦਾ ਨਾਮ ਤਾਂ ਨਹੀਂ ਯਾਦ ਹੈਗਾ ਕਿਉਂਕਿ ਨਾਮ ਤੁਹਾਨੂੰ ਪਤਾ ਇੰਨੇ ਯਾਦ ਨਹੀਂ ਰਹਿੰਦੇ, ਤੇ ਉਹਨਾਂ ਨੇ ਉਹ ਪਹਿਲੇ ਏਸ਼ੀਅਨ ਸੀਗੇ ਜਿਨ੍ਹਾਂ ਨੂੰ ਮਿਲਿਆ ਸੀ ਤੇ ਉਹਨਾਂ ਨੇ ਨਾ ਕਰ ਦਿੱਤੀ ਸੀ ਕਿ ਹੈਰੀ ਕਿਸਿੰਜਰ ਅਮਰੀਕਨ ਨੂੰ ਜੇ ਦਿੱਤਾ ਜਾ ਰਿਹਾ ਮੈਂ ਨਹੀਂ ਲੈਣਾ। ਪਰ ਦੇਖੋ ਬਹੁਤ ਵੱਡਾ ਇਤਿਹਾਸ ਆ ਇਸ ਪ੍ਰਾਈਜ਼ ਦਾ, ਤੇ ਜਿਵੇਂ ਮੇਰੀ ਭੈਣ ਨੇ ਦੱਸਿਆ ਹੀ ਆ ਕਿ ਅੱਗੇ ਜਿੱਥੇ ਸੰਸਥਾਵਾਂ ਨੂੰ ਜਿਵੇਂ ਜਿਨ੍ਹਾਂ ਨੇ ਲੋਕਾਂ ਦੀ ਭੁੱਖਮਰੀ ਖਤਮ ਕੀਤੀ ਹੋਵੇ ਉਹਨੂੰ ਮਿਲਿਆ ਆ। ਜਦੋਂ ਅਰਬ ਅਵੇਕਨਿੰਗ ਹੋਈ ਆ ਤਾਂ ਉਸ ਵੇਲੇ ਟਿਊਨੀਸ਼ੀਆ ਦੇ ਵਿੱਚ ਉਸ ਸਾਲ ਕਹਿੰਦੇ ਇੱਕ ਬੰਦੇ ਨੂੰ ਨਹੀਂ ਸੀ ਮਿਲਿਆ, ਉਸ ਵੇਲੇ ਵੀ ਟਿਊਨੀਸ਼ੀਆ ਦੇ ਲੋਕਾਂ ਨੇ ਜਿਨ੍ਹਾਂ ਨੇ ਉਸ ਵੇਲੇ ਉੱਥੇ ਡੈਮੋਕ੍ਰੈਟਿਕ ਰਿਫਾਰਮ ਲਿਆਂਦਾ ਸੀ ਉਹਨਾਂ ਨੂੰ ਦਿੱਤਾ ਗਿਆ। ਸੋ ਕੋਈ ਲੋਕ ਕੋਈ ਚੰਗੀ ਚੇਂਜ ਲਿਆਉਣ ਜਾਂ ਫਿਰ ਕੋਈ ਜਿਸ ਤਰ੍ਹਾਂ ਕਿਸੇ ਵੱਡਾ ਸਮਾਜ ਦਾ ਕਾਰਜ ਕੀਤਾ ਜਾਵੇ ਉਸ ਜਥੇਬੰਦੀਆਂ ਨੂੰ ਵੀ ਮਿਲਦਾ ਰਿਹਾ, ਜਾਂ ਕੁਛ ਲੋਕਾਂ ਨੇ ਕੁਝ ਸਮਾਜ ਦੀ ਸੇਵਾ ਕੀਤੀ ਉਹਨਾਂ ਨੂੰ ਮਿਲਦਾ ਰਿਹਾ, ਕੋਈ ਪੋਲੀਟੀਕਲੀ ਵੱਡੇ ਫੈਸਲੇ ਲਏ ਹੁਣ ਉਹਨਾਂ ਨੂੰ ਵੀ ਮਿਲਦਾ ਰਿਹਾ ਆ। ਕੁਛ ਕੰਟਰੋਵਰਸ਼ੀਅਲ ਵੀ ਗੱਲਾਂ ਹੋਈਆਂ ਆ ਜਦੋਂ ਆਪਣਾ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਤੇ ਯਾਸਰ ਅਰਾਫਤ ਉਹਨਾਂ ਨੂੰ ਦਿੱਤਾ ਗਿਆ। ਇਹੋ ਜਿਹੀ ਕਈ ਵਾਰੀ ਗੱਲਾਂ ਹੋਈਆਂ, ਲੋਕਾਂ ਨੂੰ ਵੀ ਮੰਨਿਆ ਜਾ ਰਿਹਾ ਕਿ ਉਹਨਾਂ ਦੇ ਸਮੇਂ ਤੋਂ ਪਹਿਲਾਂ ਦੇ ਦਿੱਤਾ ਗਿਆ, ਜਿਹੜੇ ਅਮਰੀਕਾ ਦੇ ਕਈ ਰਾਸ਼ਟਰਪਤੀ ਹੈਗੇ ਆ। ਸੋ ਪਰ ਫਿਰ ਵੀ ਓਵਰਆਲ ਇਤਿਹਾਸ ਦੇ ਵਿੱਚ ਇਹਦਾ ਇੱਕ ਮੈਂ ਮੰਨਦਾ ਹਾਂ ਕਿ ਜਦੋਂ ਕੋਈ ਡਿਸਟਿੰਕਸ਼ਨ ਹੈ ਸਭ ਤੋਂ ਵੱਡੀ ਸ਼ਾਇਦ ਦੁਨੀਆ ਦੇ ਵਿੱਚ ਉਹ ਨੋਬਲ ਪੀਸ ਪ੍ਰਾਈਜ਼ ਹੈਗਾ ਆ। ਤੇ ਰਵੀ ਸਿੰਘ ਉਹਨਾਂ ਨੇ ਜਿਸ ਤਰ੍ਹਾਂ ਆਪਣੇ ਆਪ ਨੂੰ ਕੈਰੀ ਕੀਤਾ ਆ ਉਹ ਮੈਨੂੰ ਇਹਦੇ ਲਈ ਯੋਗ ਲੱਗ ਰਿਹਾ ਆ। ਤੇ ਉਹਨਾਂ ਦੀ ਨੋਮੀਨੇਸ਼ਨ ਵਾਸਤੇ ਮੈਂ ਅਪੀਲ ਕਰੂੰਗਾ, ਬੇਨਤੀ ਕਰੂੰਗਾ, ਤੇ ਮੈਂ ਆਪਣੇ ਜਿੰਨੇ ਦਰਸ਼ਕ ਆ ਮੈਂ ਸਰੋਤੇ ਆ ਰੇਡੀਓ ਦੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਆਪਣੇ MP ਤੇ MPP ਨੂੰ ਉਹਨਾਂ ਨੂੰ ਫੋਨ ਕਰੋ, ਈਮੇਲ ਕਰੋ, ਸੁਨੇਹਾ ਘੱਲੋ ਕਿ ਤੁਸੀਂ ਕਿਰਪਾ ਕਰਕੇ ਤੁਸੀਂ ਰਵੀ ਸਿੰਘ ਦਾ ਨਾਮ ਆਪਣੇ ਲੈਵਲ ਤੇ ਨੋਮੀਨੇਟ ਕਰੋ ਨੋਬਲ ਪੀਸ ਪ੍ਰਾਈਜ਼ ਲਈ, ਜਿਹੜਾ ਉਹਨਾਂ ਦੀ ਕਮੇਟੀ ਨੇ ਜਿਹੜੇ ਬਾਅਦ ਚ ਦੇਖਣੇ ਆ। ਜਿੰਨੇ ਵੱਧ ਤੋਂ ਵੱਧ ਨੋਮੀਨੇਸ਼ਨਸ ਮਿਲਣਗੀਆਂ, ਜਿੰਨੇ ਵੱਧ ਤੋਂ ਵੱਧ ਅਸੀਂ ਪ੍ਰੈਸ਼ਰ ਕਰਾਂਗੇ, ਉਨੇ ਹੀ ਚਾਂਸਿਸ ਹੈਗੇ ਕੋਈ ਗੱਲ ਗਾਂਹ ਤੁਰ ਸਕਦੀ ਆ। ਤੇ ਇਹ ਤੁਹਾਨੂੰ ਜਿੰਨੇ ਦੱਸ ਦੇਣਾ ਕਿ 50 ਸਾਲ ਜਿਹੜਾ ਨਾਮ ਆ ਉਹ ਗੁਪਤ ਰੱਖਿਆ ਜਾਂਦਾ ਆ ਕਿ ਕਿਹਨੇ ਨੋਮੀਨੇਟ ਕੀਤਾ ਸੀ, ਜਾਂ ਕਿਹੜੇ ਬੰਦੇ ਦਾ ਨਾਮ ਆ, ਕਿਹਨੇ ਕੀਤਾ ਸੀ, ਉਹ ਸੀਕ੍ਰੇਸੀ ਵਾਸਤੇ। ਕਿਉਂਕਿ ਕਈ ਵਾਰੀ ਤੁਹਾਨੂੰ ਪਤਾ ਅੱਜ ਮੈਂ ਇੱਕ ਨੋਮੀਨੇਟ ਕਰ ਦੇਵਾਂ, ਕੋਈ ਬਹੁਤ ਵੱਡਾ ਹਿਊਮਨ ਰਾਈਟਸ ਦਾ ਐਕਟਿਵਿਸਟ ਹੋਵੇ, ਉਸ ਦੇਸ਼ ਦੀ ਸਰਕਾਰ ਬਹੁਤ ਉਹਨਾਂ ਦੇ ਉੱਥੇ ਘਾਣ ਕਰਦੀ ਹੋਵੇ ਤਾਂ ਉਹਦੀ ਜਾਨ ਨੂੰ ਵੀ ਨੁਕਸਾਨ ਹੋ ਸਕਦਾ ਆ। ਸੋ ਬਹੁਤ ਵਾਰੀ ਜਿਹੜੇ ਲੋਕ ਇਹ ਨਾ ਹੋਵੇ ਕਿ ਨੋਮੀਨੇਟ ਕਰਨ ਤੋਂ ਡਰ ਜਾਵੇ। ਸੋ ਇਸ ਲਈ 50 ਸਾਲ ਤੱਕ ਜਿਹਨੇ ਨੋਮੀਨੇਟ ਕਰਨਾ ਆ ਤੇ ਜਿਹਦਾ ਨਾਮ ਨੋਮੀਨੇਟ ਹੋਣਾ ਆ, ਜੇ ਉਹਨੂੰ ਨਹੀਂ ਵੀ ਮਿਲਦਾ ਉਹ ਗੁਪਤ ਰੱਖਿਆ ਜਾਂਦਾ ਆ ਨੋਬਲ ਪੀਸ ਪ੍ਰਾਈਜ਼ ਦੀ ਜਿਹੜੀ ਵੀ ਕਮੇਟੀ ਹੈਗੀ ਆ ਜੀ। ਅੱਛਾ, ਵੈਰੀ ਗੁੱਡ, ਇੰਟਰਸਟਿੰਗ, ਵੈਰੀ ਇੰਟਰਸਟਿੰਗ ਇਨਫੋਰਮੇਸ਼ਨ। ਆਪਣੇ ਨਾਲ ਦੋਸਤੋ ਮੈਂ ਕੋਸ਼ਿਸ਼ ਕਰਦਾ ਹਾਂ ਕਿ ਆਪਾਂ ਕੁਝ ਮਿੰਟ ਦੇ ਲਈ ਬਾਬੂ ਜੀ ਤੁਸੀਂ ਵੀ ਔਰ ਪ੍ਰਭੂ ਜੀ ਤੁਸੀਂ ਵੀ ਹੋਲਡ ਰੱਖਿਓ, ਨਾਲ ਦੀ ਨਾਲ ਆਪਾਂ ਕੋਸ਼ਿਸ਼ ਕਰਦੇ ਹਾਂ ਜੇ ਸਾਡੇ ਕੋਈ ਸਰੋਤੇ ਆਪਣੇ ਵਿਚਾਰ ਦੇਣੇ ਚਾਹੁੰਦੇ ਹੋਣ, ਬਰੀਫ ਰੱਖਿਓ ਆਪਣੀ ਗੱਲਬਾਤ ਨੂੰ 905 601 1350। ਤੁਹਾਨੂੰ ਲੱਗਦਾ ਕਿ ਰਵੀ ਸਿੰਘ ਹੋਰਾਂ ਨੂੰ ਨੋਮੀਨੇਟ ਕਰਨਾ ਚਾਹੀਦਾ, ਰਵੀ ਸਿੰਘ ਹੋਰਾਂ ਨੂੰ ਨੋਬਲ ਪੀਸ ਪ੍ਰਾਈਜ਼ ਮਿਲਣਾ ਚਾਹੀਦਾ? 905 601 1350। ਜਾਂ ਕੋਈ ਡਾਊਟ ਵੀ ਹੋਵੇ, ਕੋਈ ਕੰਸਰਨ ਵੀ ਹੋਵੇ ਤੁਹਾਨੂੰ ਖਾਲਸਾ ਏਡ ਦੇ ਵੱਲੋਂ ਜੋ ਕੰਮ ਕੀਤੇ ਜਾਂਦੇ ਉਹਦੇ 'ਤੇ ਕਿਤੇ ਕੋਈ ਲੱਗਦਾ ਹੋਏ ਕਿ ਸਾਨੂੰ ਚੈੱਕ ਪੁਆਇੰਟਸ ਹੋਣੇ ਚਾਹੀਦੇ ਨੇ, ਜਾਂ ਉਹਦੇ 'ਚ ਟਰਾਂਸਪੇਰੈਂਸੀ ਦੀ ਕੋਈ ਕਮੀ ਹੈ, ਜਾਂ ਉਹ ਪੋਲੀਟੀਸਾਈਜ਼ ਹੋ ਕੇ ਇੱਕ ਸੰਸਥਾ ਜਿਹੜੀ ਉਹ ਇਸ ਤਰੀਕੇ ਨਾਲ ਕੰਮ ਕਰ ਰਹੀ, ਕੁਝ ਵੀ ਤੁਹਾਡੇ ਮਨ 'ਚ ਜੇ ਹੈ ਤਾਂ ਤੁਸੀਂ ਜ਼ਰੂਰ ਆਪਣੇ ਵਿਚਾਰ ਦਿਓ। 905 601 1350 ਤੇ ਤੁਹਾਡੀ ਕਾਲ ਆ ਸਕਦੀ ਹੈ। ਸੋ ਸਾਡੇ ਨਾਲ ਇੱਕ ਕਾਲਰ ਨੇ ਹੋਲਡ ਤੇ, ਆਪਾਂ ਦੇਖਦੇ ਹਾਂ ਕੀ ਕਹਿੰਦੇ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਤੁਹਾਡਾ ਕੀ ਸ਼ੁਭ ਨਾਮ ਹੈ? ਬਿਕਰਮ ਸਿੰਘ ਜੀ ਨਾਮ ਹੈ। ਮੋਹੀ ਜੀ ਮੈਂ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਤੇ ਜਿਹੜਾ ਤੁਸੀਂ ਕਹਿੰਦੇ ਸੀ ਕਿ ਇੱਕ ਆਪਣਾ ਫਸਟ ਏਸ਼ੀਅਨ ਸੀਗੇ ਜਿਨ੍ਹਾਂ ਨੇ ਰਿਫਿਊਜ਼ ਕੀਤਾ ਸੀ ਵੀਅਤਨਾਮ ਦੇ, ਮੇਰੇ ਖਿਆਲ ਸ਼ਾਇਦ ਹੋਚੀਮੈਨ ਸੀਗੇ, ਸ਼ਾਇਦ ਤੁਹਾਨੂੰ ਯਾਦ ਹੋਣਾ, ਹੋਚੀਮੈਨ ਉਹਨਾਂ ਨੇ ਕੀਤਾ ਸੀਗਾ, ਮੇਰੇ ਖਿਆਲ ਉਹਨਾਂ ਨੂੰ ਨੋਮੀਨੇਟ ਕੀਤਾ ਸੀਗਾ ਜੀ ਇਹਨਾਂ ਨੇ। ਵੀਰ ਜੀ ਬਿਲਕੁਲ ਵੀਅਤਨਾਮ ਦੇ ਸੀ, ਨਾਮ ਮੈਨੂੰ ਯਾਦ ਨਹੀਂ ਆ ਰਿਹਾ ਪਰ ਵੀਅਤਨਾਮ ਦੇ ਸੀ, ਮੈਂ ਜਿਵੇਂ ਪਹਿਲਾਂ ਕਿਹਾ ਨਾਮ ਨਹੀਂ ਚੱਲਦਾ ਰਿਹਾ। ਹੋਚੀਮੈਨ ਸੀਗੇ ਸ਼ਾਇਦ। ਅੱਛਾ, ਦੂਜੀ ਗੱਲ ਹੋਚੀਮੈਨ ਹੋਣਗੇ, ਹਾਂਜੀ ਹਾਂਜੀ, ਜਿਵੇਂ ਮੈਂ ਸ਼ੋਰ ਨਹੀਂ ਹੈਗਾ ਪਰ ਉਹ ਸੀਗੇ ਵੀਅਤਨਾਮ ਦੇ। ਹਾਂਜੀ, ਅੱਛਾ ਜੀ। ਤੇ ਉਹ ਕਿਉਂਕਿ ਉਹਨਾਂ ਦਾ ਨਾਂ ਅੱਗੇ ਹੁੰਦਾ ਜੀ ਸਭ ਤੋਂ ਜ਼ਿਆਦਾ, ਤੇ ਹੋ ਸਕਦਾ ਉਹੀ ਹੋਣ। ਤੇ ਦੂਜਾ ਜਿਹੜਾ ਰੈੱਡ ਕਰਾਸ ਦਾ ਅਸੀਂ ਕਹਿੰਦੇ ਜੀ, ਰੈੱਡ ਕਰਾਸ ਦਾ ਓਵਰਹੈਡ ਐਕਸਪੈਂਸਿਸ ਬਹੁਤ ਜ਼ਿਆਦਾ ਹੈਗੇ ਨੇ। ਜਿਵੇਂ ਆਪਾਂ ਕਰ ਰਹੇ ਸੀ ਨਾ ਦੀ, ਇਹਨਾਂ ਦੇ ਕਈ ਵਾਰੀ ਤਾਂ ਇੱਥੋਂ ਤੱਕ ਵੀ ਇਹਨਾਂ ਦੇ ਕਾਫੀ ਮਤਲਬ ਐਕਸਪੈਂਸਿਵ ਹੋਟਲਾਂ ਦੇ ਵਿੱਚ ਵੀ ਇਹਨਾਂ ਨੇ ਮਤਲਬ ਖਾਣਾ ਦਾਣਾ ਆਪਣਾ ਖਾਂਦੇ ਪੀਂਦੇ ਵੀ ਫੜੇ ਗਏ ਬਿੱਲ ਇਹਨਾਂ ਦੇ, ਮਤਲਬ ਕਾਫੀ ਇਹ ਜ਼ਿਆਦਾ ਪਾ ਜਾਂਦੇ ਹੋ। ਇਹਨਾਂ ਦਾ ਦੱਸਿਆ ਵੀ ਸੀਗਾ, ਸਰਵੇ ਆਇਆ ਸੀ ਵੀ 10% ਹੀ ਇਹਨਾਂ ਦਾ 15% ਹੀ ਮੈਕਸੀਮਮ ਅੱਗੇ ਜਾਂਦਾ, ਬਾਕੀ ਦਾ ਸਾਰਾ ਹੀ ਇੱਦਾਂ ਹੀ ਮਤਲਬ ਕਿ ਚਲਾ ਜਾਂਦਾ। ਕਿਉਂਕਿ ਕਾਫੀ ਇਹਨਾਂ ਦੀ ਜਿਹੜੇ ਐਮਪਲਾਈਜ਼ ਭਰਤੀ ਕੀਤੇ ਹੋਏ ਨੇ ਉਹ ਬੈਠੇ ਰਹਿੰਦੇ ਨੇ, ਜਦੋਂ ਕਿਤੇ ਕੋਈ ਮਤਲਬ ਦਿੱਕਤ ਹੁੰਦੀ ਉਦੋਂ ਉਹਨਾਂ ਨੂੰ ਬੁਲਾ ਲੈਂਦੇ ਆ, ਪਰ ਜੇ ਤੋਂ ਨਹੀਂ ਕੁਛ ਵੀ ਹੁੰਦਾ ਉਦੋਂ ਉਹਨਾਂ ਨੂੰ ਬੈਠਿਆਂ ਨੂੰ ਹੀ ਤਨਖਾਹਾਂ ਦੇਈ ਜਾਂਦੇ ਆ। ਤੇ ਤੀਜੀ ਗੱਲ, ਰਵੀ ਸਿੰਘ ਉਹਨਾਂ ਦਾ ਵਾਕਈ ਉਹ ਡਿਜ਼ਰਵਿੰਗ ਹੈਗੇ ਆ, ਪਰ ਜਿਸ ਆਪਣੀ ਆਇਡੈਂਟੀਟੀ ਦੇ ਥੱਲੇ ਉਹਨਾਂ ਨੇ ਕੰਮ ਕਰਨਾ ਹੁੰਦਾ, ਮੇਰਾ ਖਿਆਲ ਉਹਦੇ ਕਰਕੇ ਥੋੜ੍ਹਾ ਜਿਹਾ ਪੋਲੀਟੀਕਲ
ਇਸ਼ੂਜ਼ ਵੀ ਉੱਠਣਗੇ, ਮਤਲਬ ਕਿ ਜਿਹੜੇ ਲੋਕੀ ਕੁਛ ਨਾ ਕੁਛ ਉਹਨਾਂ ਦੇ ਵਿਰੋਧ ਦੇ ਵਿੱਚ ਵੀ ਆਉਣਗੇ ਜੀ। ਇਹ ਮੇਰਾ ਮੰਨਣਾ, ਮਤਲਬ ਤੁਸੀਂ ਇਹਦੇ ਬਾਰੇ ਆਪਣੇ ਦਿਓ ਵਿਚਾਰ ਜੋ ਸੁਣ ਜਾਈ ਤੁਹਾਡੇ ਤੋਂ। ਥੈਂਕ ਯੂ। ਠੀਕ ਹੈ ਵੀਰੇ, ਬਹੁਤ ਮਿਹਰਬਾਨੀ। 905 601 1350 ਦੇ ਅਗਰ ਦੋਸਤੋ ਤੁਸੀਂ ਵੀ ਗੱਲ ਕਰਨੀ ਚਾਹੁੰਦੇ, ਤੁਹਾਨੂੰ ਲੱਗਦਾ ਕਿ ਰਵੀ ਸਿੰਘ ਹੋਰਾਂ ਦਾ ਨਾਮ ਨੋਬਲ ਪੀਸ ਪ੍ਰਾਈਜ਼ ਦੇ ਲਈ ਨੋਮੀਨੇਟ ਹੋਣਾ ਚਾਹੀਦਾ, ਤਾਂ ਜ਼ਰੂਰ ਸਾਨੂੰ ਕਾਲ ਕਰਿਓ। ਜੀ ਸਰ, ਦੇਖੋ ਵੀਰ ਜੀ ਦਾ ਇੱਕ ਮੈਂ ਸਵਾਲ ਜਿਹੜਾ ਹੈਗਾ ਮੈਂ ਉੱਥੇ ਕਹੂੰਗਾ ਕਿ ਪ੍ਰੈਸ਼ਰ ਪੈਂਦੇ ਆ। ਮੈਂ ਹੁਣ ਨਾਮ ਮੈਨੂੰ ਕੀ ਭੁੱਲ ਗਏ ਆ, ਕਿਉਂਕਿ ਮੈਂ ਵੈਸੇ ਹੁਣ ਜਨਰਲ ਡਿਸਕਸ਼ਨ ਕਰ ਰਿਹਾ ਹਾਂ ਕਿ ਜਦੋਂ ਹਿਟਲਰ ਦੀ ਰਜੀਮ ਵੇਲੇ ਉਹਨਾਂ ਦੇ ਜਿਹੜੇ ਸਭ ਤੋਂ ਵੱਡੇ ਆਲੋਚਕ ਸੀਗੇ ਉਹ ਇੱਕ ਅਖਬਾਰ ਕੱਢਦੇ ਸੀਗੇ। ਮੈਨੂੰ ਹੁਣ ਨਾਮ ਨਹੀਂ ਯਾਦ, ਕਿਉਂਕਿ ਮੈਂ ਇਤਿਹਾਸ ਜਦੋਂ ਦਿਨ ਗਿਆ ਮੈਂ ਓਸਲੋ, ਉਦੋਂ ਮੈਂ ਪੜ੍ਹਿਆ ਸੁਣਿਆ ਕਹਾਣੀਆਂ ਉੱਤੇ, ਤਾਂ ਉਹਨਾਂ ਨੂੰ ਕਹਿੰਦੇ ਹੁੰਦੇ ਉਸ ਵੇਲੇ ਨਾਮ ਉਹਨਾਂ ਦਾ ਨੋਬਲ ਪੀਸ ਪ੍ਰਾਈਜ਼ ਨੋਮੀਨੇਟ ਕੀਤਾ ਗਿਆ ਸੀਗਾ, ਪਰ ਉਹ ਲੈ ਨਹੀਂ ਸੀ ਸਕੇ ਪਰਸਨਲੀ ਆ ਕੇ, ਕਿਉਂਕਿ ਉਸ ਵੇਲੇ ਜੇਲ੍ਹ ਦੇ ਵਿੱਚ ਸੀਗੇ। ਸੋ ਪੋਲੀਟੀਕਲ ਦਬਾਅ, ਸਰਕਾਰਾਂ ਦੇ ਦਬਾਅ, ਪ੍ਰਸ਼ਾਸਨਾਂ ਦੇ ਦਬਾਅ ਪੈਂਦੇ ਆ, ਪਰ ਇਹ ਪੀਸ ਜਿਹੜਾ ਪ੍ਰਾਈਜ਼ ਕੈਟਾਗਰੀ ਆ ਇਹਨੇ ਇਹ ਸਾਬਿਤ ਕੀਤਾ ਹੋਇਆ ਆ ਕਿ ਕਈ ਵਾਰ ਇਹਨਾਂ ਚੀਜ਼ਾਂ ਦੇ ਉੱਪਰ ਉੱਠ ਕੇ, ਉਸ ਵੇਲੇ ਹਿਟਲਰ ਬਹੁਤ ਵੱਡੀ ਸ਼ਕਤੀ ਸੀ, ਯੂਰਪ 'ਚ ਉਹਦਾ ਦਬਦਬਾ ਸੀ, ਪਰ ਉਸ ਵੇਲੇ ਜਿਹੜਾ ਸਭ ਤੋਂ ਵੱਡਾ ਆਲੋਚਕ ਸੀਗਾ, ਇੱਕ ਅਖਬਾਰ ਰਨ ਕਰਦਾ ਸੀ, ਉਹ ਸਾਨੂੰ ਦਿੱਤਾ ਗਿਆ ਸੀਗਾ ਇਸ ਚੀਜ਼ ਦੀ ਬਿਨਾਂ ਪਰਵਾਹ ਕੀਤੇ ਹੋਏ। ਸੋ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਆ ਕਿ ਚਾਹੇ ਇਹਦਾ ਵਿਰੋਧ ਹੋਏਗਾ, ਪਰ ਰਵੀ ਸਿੰਘ ਵਰਗਾ ਜਿਹੜਾ ਡਿਜ਼ਰਵਿੰਗ ਕੈਂਡੀਡੇਟ ਆ ਉਹਦਾ ਨਾਮ ਕੰਸੀਡਰ ਵੀ ਜ਼ਰੂਰ ਹੋਏਗਾ ਤੇ ਉਹਨਾਂ ਨੂੰ ਮਿਲ ਵੀ ਜ਼ਰੂਰ ਸਕਦਾ ਹੈ। ਜੀ ਪ੍ਰਭਜੋਤ, ਤੁਸੀਂ ਕੁਛ ਇਸ ਪੁਆਇੰਟ ਤੇ ਕਮੈਂਟ ਕਰਨਾ ਚਾਹੋ? ਜਦ ਵੀ ਅਸੀਂ ਇੰਟਰਨੈਸ਼ਨਲ ਕਮੇਟੀ ਦੀ ਗੱਲ ਕਰਦੇ ਹਾਂ, ਸਪੈਸੀਫਿਕਲੀ ਜੋ ਇਸ ਤਰੀਕੇ ਦੇ ਏਡਸ ਪ੍ਰੋਵਾਈਡ ਕਰਦੀ ਨੇ, ਸੋ ਰੈੱਡ ਕਰਾਸ ਨੂੰ 3 ਵਾਰੀ ਮਿਲ ਚੁੱਕਿਆ ਹੈ, 1917 ਦੇ ਵਿੱਚ, 44 ਦੇ ਵਿੱਚ ਤੇ 63 ਦੇ ਵਿੱਚ। ਔਰ ਜੇਕਰ ਮੈਂ ਗੱਲ ਕਰਾਂ ਯੂਨਾਈਟਿਡ ਨੇਸ਼ਨਸ ਦੇ ਜਿਹੜੇ ਰਿਫਿਊਜੀ ਪ੍ਰੋਗਰਾਮਸ ਨੇ, ਉਹਨਾਂ ਨੂੰ 2 ਵਾਰੀ ਮਿਲ ਚੁੱਕਿਆ ਹੈ। ਐਂਡ ਜਿਹੜੀ ਲਿਸਟ ਹੈ ਉਹ ਬਹੁਤ ਹੀ ਹਿਊਜ ਹੈ, 10 ਇੰਡੀਅਨਸ ਨੂੰ ਮਿਲ ਚੁੱਕਿਆ ਹੈ ਹੁਣ ਤੱਕ ਨੋਬਲ ਪੀਸ ਪ੍ਰਾਈਜ਼। ਸੋ ਇਹ ਜਿਹੜੀ ਕੈਟੇਗਰੀ ਹੈ, ਔਰ ਜਿੱਦਾਂ ਬੋਬੀ ਜੀ ਨੇ ਥੋੜ੍ਹੀ ਦੇਰ ਪਹਿਲਾਂ ਕਿਹਾ ਕਿ ਇਹ ਸਰਕਾਰਾਂ ਨੋਮੀਨੇਟ ਕਰ ਸਕਦੀਆਂ ਨੇ, ਸੋ ਡੈਫੀਨੇਟਲੀ ਮੈਨੂੰ ਲੱਗਦਾ ਕਿ ਇਹ ਮੂਵਮੈਂਟ ਜ਼ਰੂਰ ਸਟਾਰਟ ਕਰਨੀ ਚਾਹੀਦੀ ਹੈ। ਔਰ ਇਹ ਨਹੀਂ ਦੇਖ, ਜਦ ਖਾਲਸਾ ਏਡ ਦੀ ਜਦ ਅਸੀਂ ਗੱਲ ਕਰਦੇ ਹਾਂ ਜਾਂ ਕੋਈ ਵੀ ਏਡ ਜੋ ਇਸ ਤਰੀਕੇ ਦੀ ਆਰਗੇਨਾਈਜੇਸ਼ਨ ਕੰਮ ਕਰਦੀ ਹੈ, ਜਦੋਂ ਇਹ ਦੇਖ ਕੇ ਆਪਣਾ ਏਡ ਪ੍ਰੋਵਾਈਡ ਨਹੀਂ ਕਰਦੀ ਕਿ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ ਜਾਂ ਈਸਾਈ ਹੈ, ਤੇ ਫਿਰ ਰੋਂਗ ਇੱਕ ਇੰਪ੍ਰੈਸ਼ਨ ਕ੍ਰੀਏਟ ਕਰਨਾ ਜਸਟ ਬਿਕਾਜ਼ ਕਿ ਤੁਸੀਂ ਉਸ ਪ੍ਰੋਟੈਸਟ ਦੇ ਵਿੱਚ ਫਾਰਮਰਸ ਨੂੰ ਸਪੋਰਟ ਨਹੀਂ ਕਰਦੇ ਔਰ ਤੁਸੀਂ ਉਸ ਚੀਜ਼ ਦੇ ਨਾਲ ਐਗਰੀ ਨਹੀਂ ਕਰਦੇ, ਕਿਸੇ ਦੀ ਇਮੇਜ ਖਰਾਬ ਕਰਨਾ ਮੈਨੂੰ ਲੱਗਦਾ ਹੈ ਕਿ ਕੰਪਲੀਟਲੀ ਰੋਂਗ ਹੈ। ਔਰ ਜਿੰਨਾ ਕੁ ਕੰਮ ਬਾਕੀ ਹੋਰ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਕਰ ਰਹੀਆਂ ਨੇ, ਉਨੀ ਹੀ ਸ਼ਿੱਦਤ ਦੇ ਨਾਲ ਰਵੀ ਸਿੰਘ ਜੀ ਦੀ ਆਰਗੇਨਾਈਜੇਸ਼ਨ ਵੀ ਕੰਮ ਕਰ ਰਹੀ ਹੈ ਔਰ ਡੈਫੀਨੇਟਲੀ ਡਿਜ਼ਰਵਿੰਗ ਨੇ। ਔਰ ਕਾਫੀ ਸਾਰੀ ਇਸ ਤਰੀਕੇ ਦੀ ਆਰਗੇਨਾਈਜੇਸ਼ਨਸ ਨੇ ਔਰ ਮਲਾਲਾ ਯੂਸਫਜ਼ਾਈ ਨੂੰ ਵੀ ਇਸ ਲਈ ਨੋਬਲ ਪੀਸ ਪ੍ਰਾਈਜ਼ ਲਈ ਉਹ ਨੋਮੀਨੇਟ ਹੋਏ ਸੀ। ਔਰ ਕਿਉਂਕਿ ਜਿਹੜੇ ਵੀ ਹੁਣ ਤੱਕ ਜਿੰਨੇ ਵੀ ਇਸ ਟਾਈਮ ਨੋਬਲ ਪੀਸ ਪ੍ਰਾਈਜ਼ ਦੇ ਵਿਨਰ ਰਹਿ ਚੁੱਕੇ ਨੇ, ਉਹਨਾਂ ਨੇ ਕੁਛ ਨਾ ਕੁਛ ਐਕਸੈਪਸ਼ਨਲ ਕੰਮ ਕੀਤਾ ਹੈ ਤੇ ਡੈਫੀਨੇਟਲੀ ਰਵੀ ਸਿੰਘ ਜੀ ਨੇ ਵੀ ਐਕਸੈਪਸ਼ਨਲ ਕੰਮ ਹੀ ਕੀਤਾ ਹੈ। ਕੋਈ ਇੱਦਾਂ ਦਾ ਹਿਊਮਨ ਡਿਜ਼ਾਸਟਰ ਜਿਸ ਵੀ ਕੰਟਰੀ 'ਚ ਹੋਇਆ ਹੈ ਜਿੱਥੇ ਲੋੜ ਪਈ ਹੈ, ਮੈਨੂੰ ਨਹੀਂ ਲੱਗਦਾ ਕਿ ਉੱਥੇ ਖਾਲਸਾ ਏਡ ਨਾ ਪਹੁੰਚੀ ਹੋਏ। ਰਾਈਟ, ਸੋ ਆਪਾਂ ਹੁਣ ਇੱਕ ਕਨੈਕਸ਼ਨ ਕਰਨੀ ਚਾਹੁੰਦਾ ਕਿ ਭਾਰਤੀ ਬੈਕਗਰਾਊਂਡ ਦੇ ਕਿਸੇ ਵੀ ਆਦਮੀ ਨੂੰ ਹਲੇ ਤੱਕ ਜਾਂ ਔਰਤ ਨੂੰ ਨੋਬਲ ਪੀਸ ਪ੍ਰਾਈਜ਼ ਨਹੀਂ ਮਿਲਿਆ। ਹਾਂ, ਨੋਬਲ ਪ੍ਰਾਈਜ਼ ਜ਼ਰੂਰ ਮਿਲੇ ਨੇ, ਚਾਹੇ ਫਿਜ਼ਿਕਸ ਦੇ ਵਿੱਚ ਹੋਵੇ, ਕੈਮਿਸਟਰੀ ਵਿੱਚ ਹੋਵੇ, ਮੈਡੀਸਨ ਦੇ ਵਿੱਚ ਜਾਂ ਲਿਟਰੇਚਰ ਦੇ ਵਿੱਚ, ਪਰ ਜਿਹੜਾ ਨੋਬਲ ਪੀਸ ਪ੍ਰਾਈਜ਼ ਹੈ ਉਹ ਨਹੀਂ ਅੱਜ ਤੱਕ ਮਿਲਿਆ ਜੀ ਕਿਸੇ ਨੂੰ। ਹਾਂਜੀ, ਰਾਈਟ, ਠੀਕ ਹੈ। ਹਰਸਿਮਰਤ, ਤੁਸੀਂ ਕੁਝ ਪੁਆਇੰਟ ਦੇਣਾ ਚਾਹੋ ਆਪਣੇ ਵੱਲੋਂ? ਜੀ ਬਿਲਕੁਲ, ਇਸ ਤੋਂ ਪਹਿਲਾਂ ਜਿਹੜੀ ਮੈਂ ਗੱਲ ਕਰ ਰਹੀ ਸੀਗੀ ਕਿ ਹੌਲੀ ਹੌਲੀ ਆਉਂਦੇ ਹੋਏ ਵੱਧਦੇ ਹੋਏ ਅੱਗੇ ਚੀਜ਼ਾਂ ਦਾ ਪਤਾ ਲੱਗਦਾ ਹੈ। ਸੋ ਅੱਜ ਜੋ ਬੋਬੀ ਜੀ ਨੇ ਬਹੁਤ ਸਾਰੀਆਂ ਗੱਲਾਂ ਦਿੱਤੀਆਂ ਨਾ, ਤੇ ਇਹਨਾਂ ਦੇ ਜਿਹੜੇ ਓਪੀਨੀਅਨਸ ਨੇ ਉਹਨੂੰ ਸੁਣਨ ਤੋਂ ਬਾਅਦ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਮੇਰਾ ਪਹਿਲੇ ਇੱਕ ਕਹਿ ਸਕਦੇ ਹਾਂ ਕਿ 50% ਫੀਲਿੰਗ ਸੀ ਨਾ ਕਿ ਹਾਂਜੀ ਦੇਣਾ ਚਾਹੀਦਾ, ਪਰ ਜਿਸ ਹਿਸਾਬ ਨਾਲ ਇਹ ਕਿਸੇ ਚੀਜ਼ ਨੂੰ ਇਨ ਡੈਪਥ ਹੋ ਕੇ ਉਸ ਚੀਜ਼ ਨੂੰ ਐਕਸਪਲੇਨ ਕਰਦੇ ਨੇ, ਸੋ ਕੌਨਫੀਡੈਂਸ ਤੇ ਉਹ ਚੀਜ਼ਾਂ ਇੰਨੀਆਂ ਗੱਲਾਂ ਸੁਣ ਕੇ ਨੌਲੇਜ ਗੇਨ ਕਰਕੇ ਮੈਨੂੰ ਲੱਗਦਾ ਮੇਰੇ ਨਾਲ ਬਹੁਤ ਸਾਰੇ ਲਿਸਨਰਸ ਐਸੇ ਹੋਣਗੇ ਜਿਨ੍ਹਾਂ ਨੂੰ ਅੱਜ ਬਹੁਤ ਸਾਰੇ ਵਰਡਸ, ਬਹੁਤ ਸਾਰੀਆਂ ਚੀਜ਼ਾਂ ਦੀ ਨੌਲੇਜ ਇਕੱਠੀ ਹੋਈ ਹੋਏਗੀ। ਔਰ ਇਹ ਸਭ ਸੁਣਨ ਤੋਂ ਬਾਅਦ ਹੋਰ ਇਹ ਇਰਾਦਾ ਪੱਕਾ ਹੋ ਜਾਂਦਾ ਕਿ ਬਿਲਕੁਲ ਡਿਜ਼ਰਵਿੰਗ ਨੇ, ਸੋ ਉਹਨਾਂ ਨੂੰ ਮਿਲਣਾ ਜ਼ਰੂਰ ਚਾਹੀਦਾ। ਅੱਛਾ ਬਾਬੂ ਜੀ, ਆਪਾਂ ਹੁਣ ਵਾਈਂਡ ਅਪ ਕਰਦੇ ਹਾਂ ਇਸ ਗੱਲਬਾਤ ਨੂੰ। ਪਿਛਲੇ ਸਮੇਂ ਦੇ ਵਿੱਚ ਰਵੀ ਸਿੰਘ ਹੋਰਾਂ ਵੱਲੋਂ ਭਾਰਤ ਸਰਕਾਰ ਵੱਲੋਂ ਇੱਕ ਜਿਹੜਾ ਸਨਮਾਨ ਲੈਣ ਤੋਂ ਮਨਾ ਕੀਤਾ ਗਿਆ ਸੀ, ਕਿਵੇਂ ਦੇਖਦੇ ਹੋ ਉਸ ਗੱਲ ਨੂੰ? ਦੇਖੋ, ਉਹਨਾਂ ਨੇ ਪ੍ਰੋਟੈਸਟ ਵਿੱਚੋਂ ਨਾ ਕੀਤੀ ਸੀ। ਜਿਵੇਂ ਮੈਂ ਪਹਿਲਾਂ ਸ਼ੁਰੂ ਕੀਤਾ, ਨੋਬਲ ਪੀਸ ਪ੍ਰਾਈਜ਼ ਵੀ ਵੀਅਤਨਾਮ ਦੇ ਇੱਕ ਵੱਡੇ ਆਗੂ ਨੇ ਪ੍ਰੋਟੈਸਟ ਵੱਲੋਂ ਨਾ ਕਰ ਦਿੱਤੀ ਸੀ। ਉਹਨਾਂ ਨੇ ਉਸ ਵੇਲੇ ਦੀ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਸਨਮਾਨ ਦੇਣ ਦੀ ਗੱਲ ਕੀਤੀ ਤੇ ਉਹਨਾਂ ਨੇ 1984 ਦੇ ਜੋ ਕਤਲੇਆਮ ਦੇ ਵਿੱਚ ਕਿਸੇ ਵੀ ਦੋਸ਼ੀ ਨੂੰ ਸਜ਼ਾ ਨਾ ਦੇਣੀ, ਜਸਟਿਸ ਨਾ ਦੇਣਾ, ਉਸ ਇਸ਼ੂ ਤੇ ਕਿਹਾ ਕਿ ਮੈਂ ਉਨੀ ਦੇਰ ਤੱਕ ਕੋਈ ਸਨਮਾਨ ਨਹੀਂ ਲਵਾਂਗਾ ਜਿੰਨੀ ਦੇਰ ਤੱਕ ਉਸ ਦੇਸ਼ ਦੇ ਵਿੱਚ ਉੱਥੋਂ ਦੇ ਜੋ ਨਾਗਰਿਕਾਂ ਦਾ ਕਤਲੇਆਮ ਹੋਇਆ
ਉਹ ਕਿਸੇ ਨੂੰ ਸਜ਼ਾ ਨਹੀਂ ਮਿਲਦੀ, ਜਸਟਿਸ ਨਹੀਂ ਮਿਲਿਆ। ਸੋ ਉਹਨਾਂ ਨੇ ਪ੍ਰੋਟੈਸਟ ਕੀਤੀ। ਮੈਂ ਫਿਰ ਇਹ ਤਾਂ ਹੀ ਕਹਿੰਦਾ ਕਿ ਜਿਹੜੀਆਂ ਸ਼ਖਸੀਅਤਾਂ ਹੁੰਦੀਆਂ ਇਸ ਵੇਲੇ, ਜਿਹੜੇ ਇਹ ਐਕਟਿਵਿਸਟ ਹੁੰਦੇ ਆ, ਉਹ ਸੇਵਾ ਦੇ ਨਾਲ ਅਗਰ ਐਕਟਿਵਿਜ਼ਮ ਆ ਜਾਵੇ ਨਾ ਆਪਣੇ ਹਰਜਿੰਦਰ ਜੀ, ਤਾਂ ਹੀ ਉਹ ਗੱਲ ਬਣਦੀ ਆ। ਤੇ ਰਵੀ ਸਿੰਘ ਹੁਣੀ ਜਿਸ ਦੇ ਨਾਲ ਨਾਲ ਜਿੱਥੇ ਕੋਈ ਸੇਵਾ ਕਰ ਰਹੇ ਆ, ਉਹ ਇੱਕ ਐਕਟਿਵਿਸਟ ਵੀ ਹੈਗੇ ਆ, ਉਹ ਕਿਸੇ ਕੌਜ਼ ਦੇ ਲਈ ਖੜਨ ਵਾਲੇ ਆ। ਸੋ ਇਸੇ ਕਰਕੇ ਉਹ ਮੈਂ ਮੰਨਦਾ ਆ ਕਿ ਇਸ ਕੈਟਾਗਰੀ ਲਈ ਬਹੁਤ ਸਹੀ ਕੈਂਡੀਡੇਟ ਆ ਕਿ ਇੱਕ ਸੇਵਾ ਤੇ ਨਾਲ ਐਕਟਿਵਿਜ਼ਮ, ਇਹ ਦੋਵਾਂ ਦਾ ਜਿਹੜਾ ਕੰਬੀਨੇਸ਼ਨ ਆ, ਇਹ ਸਹੀ ਮਾਇਨਿਆਂ ਨਾਲ ਨੋਬਲ ਪੀਸ ਪ੍ਰਾਈਜ਼ ਵਿਨਿੰਗ ਜਿਹੜੀ ਕ੍ਰੈਡੈਂਸ਼ੀਅਲ ਹੈਗੀ ਉਹਨੂੰ ਮੀਟ ਕਰਦਾ ਹੈ। ਸੋ ਬਹੁਤ ਮਿਹਰਬਾਨੀ ਸਰ ਜੀ, ਥੈਂਕ ਯੂ ਸੋ ਮਚ। ਸੋ ਅੱਜ ਦਾ ਹੁਣੇ ਆਪਾਂ ਟੌਪਿਕ ਇੱਥੇ ਹੀ ਵਾਈਂਡ ਅਪ ਕਰ ਦਿੰਦੇ ਹਾਂ। ਪ੍ਰਭਜੋਤ, ਤੁਸੀਂ ਕੁਝ ਹੋਰ ਕਹਿਣਾ ਚਾਹੋ? ਮੈਂ ਡੈਫੀਨੇਟਲੀ ਬੋਬੀ ਜੀ ਦੀ ਗੱਲ ਦੇ ਨਾਲ ਐਗਰੀ ਕਰਦੀ ਹਾਂ। ਸਾਨੂੰ ਸਾਰਿਆਂ ਨੂੰ ਹੀ ਇਨਫੈਕਟ ਕੋਸ਼ਿਸ਼ ਕਰਨੀ ਚਾਹੀਦੀ ਹੈ ਥਰੂ ਆਰ ਇਲੈਕਟਿਵ, ਜਿਹੜੇ ਵੀ ਸਾਡੇ ਰੈਪਰੈਜ਼ੈਂਟੇਟਿਵਸ ਨੇ, ਕਿ ਅਸੀਂ ਉਹਨਾਂ ਦੇ ਥਰੂ ਜਿਹੜਾ ਰਵੀ ਸਿੰਘ ਜੀ ਦਾ ਨਾਮ ਹੈ ਉਹ ਫਾਰਵਰਡ ਕਰ ਸਕੀਏ। ਬਹੁਤ ਮਿਹਰਬਾਨੀ, ਥੈਂਕ ਯੂ ਸੋ ਮਚ ਜੀ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਹਰਸਿਮਰਨ, ਤੁਹਾਡਾ ਵੀ ਇੱਕ ਵਾਰ ਫਿਰ ਬਹੁਤ ਬਹੁਤ ਥੈਂਕਸ। ਤੇ ਅਸੀਂ ਇਸ ਸੈਗਮੈਂਟ ਨੂੰ ਹੁਣ ਵਾਈਂਡ ਅਪ ਕਰਦੇ ਹਾਂ। ਸ਼ੁਕਰੀਆ ਜੀ ਬੋਬੀ ਜੀ, ਤੁਹਾਡਾ ਵੀ, ਤੇ ਪ੍ਰਭਜੋਤ ਤੁਹਾਡਾ ਵੀ ਧੰਨਵਾਦ। ਤੇ ਦੋਸਤੋ, ਇਸ ਵੇਲੇ ਸਮਾਂ 3:26। ਹਰਜਿੰਦਰ ਗਿੱਲ ਸ਼ੋਅ 1350 AM ਦੇ ਉੱਪਰ ਤੁਸੀਂ ਸੁਣ ਰਹੇ ਹੋ। ਸਾਡੀ ਖਾਸ ਗੱਲਬਾਤ ਖਾਲਸਾ ਏਡ ਤੇ ਰਵੀ ਸਿੰਘ ਹੋਰਾਂ ਬਾਰੇ ਇੱਕ ਵਿਸ਼ੇਸ਼ ਸੈਗਮੈਂਟ ਦੇ ਰੂਪ ਦੇ ਵਿੱਚ ਤੁਹਾਡੇ ਤੱਕ ਪਹੁੰਚਦੀ ਕੀਤੀ ਗਈ। You are listening to the Harjinder Gill Show, Rams Punjabi, only on 1350 AM. इश्तिहार है तो व्यापार है। अपना बिजनेस प्रमोट करने लिए संपर्क करो 647 400 68 647 400 6862 G Media Group। ਇਮੇਜਿਨ ਕਰੋ ਕਿ ਤੁਸੀਂ ਇੱਕ ਘਰ ਖਰੀਦਣਾ ਚਾਹੁੰਦੇ ਹੋ, ਸੋਹਣਾ ਜਿਹਾ, ਕਿਊਟ ਜਿਹਾ ਘਰ, ਵਧੀਆ ਲੋਕੇਸ਼ਨ ਐਂਡ ਇਨ ਬਜਟ। You then call your friends, then they call their friends and they call you back saying ਲੱਭ ਦਾਂਗੇ, ਵਰੀ ਨਾ ਕਰ। ਤੁਸੀਂ ਥੋੜਾ ਜਿਹਾ ਵਰੀ ਕਰਦੇ ਹੋ, ਸਮਝ ਨਹੀਂ ਆ ਰਿਹਾ ਹੁੰਦਾ ਕੀ ਕਰੀਏ, ਕਿਵੇਂ ਕਰੀਏ। Then suddenly ਤੁਸੀਂ ਇਹ ਕਮਰਸ਼ੀਅਲ ਸੁਣਦੇ ਹੋ। This is Harjinder Gill from Remax Gold Realty. You got it right. Just call him and you are sorted. Location, property, budget, market search, everything. Harjinder Gill te chhad davo, tusi bas ਮਠਿਆਈ ਦਾ ਡੱਬਾ ਤਿਆਰ ਕਰੋ। Harjinder Gill 647 400 6862 or visit teamharjindergill.com, helping you to fulfill your real estate plans. For all our latest updates, please subscribe G Media Group YouTube channel and press the bell icon.